ਤੁਸੀਂ ਦੇਖ ਰਹੇ ਹੋ ਸਾਂਝਾ ਟੀਵੀ। ਮੈਂ ਹਾਂ ਤੁਹਾਡੇ ਨਾਲ ਅਰਸ਼ਦੀਪ। ਤੁਹਾਡਾ ਸਾਰਿਆਂ ਦਾ ਇਲੈਕਸ਼ਨ ਸਪੈਸ਼ਲ ਸੈਗਮੈਂਟ ਦੇ ਵਿੱਚ ਸਵਾਗਤ ਹੈ। 15 ਤਰੀਕ ਨੂੰ ਇਲੈਕਸ਼ਨ ਨੇ ਤੇ ਤੁਸੀਂ ਦੇਖਿਆ ਕਿ ਐਡਵਾਂਸ ਪੋਲਿੰਗ ਸ਼ੁਰੂ ਹੋ ਚੁੱਕੀ ਹੈ। ਇੱਕ ਦਿਨ ਐਡਵਾਂਸ ਪੋਲਿੰਗ ਦੇ ਵਿੱਚ 20 ਲੋਕਾਂ ਨੇ ਵੱਧ ਚੜ ਕੇ ਹਿੱਸਾ ਲਿਆ ਤੇ ਤੁਹਾਨੂੰ ਇੱਕ ਵਾਰੀ ਫਿਰ ਤੋਂ ਕਵਾਂਗੇ, ਆਪਣੇ ਲਈ, ਆਪਣੇ ਭਵਿੱਖ ਦੇ ਲਈ ਜਿਨ੍ਹਾਂ ਦੇ ਕੋਲ ਵੋਟ ਹੈਗੀ ਆ, ਵੋਟ ਪਾਉਣ ਜ਼ਰੂਰ ਨਿਕਲਿਓ, ਕਿਉਂਕਿ ਜਦੋਂ ਅਸੀਂ ਵੋਟ ਨਹੀਂ ਪਾਉਂਦੇ ਤੇ ਫਿਰ ਡਿਸੀਜਨ ਕੋਈ ਆਉਂਦਾ ਤੇ ਫਿਰ ਕਹਿੰਦੇ ਕਿੱਦਾਂ ਦਾ ਡਿਸੀਜਨ ਆ ਗਿਆ। ਸੋ ਇਸੇ ਲਈ ਵੋਟ ਪਾਉਣ ਜ਼ਰੂਰ ਜਾਇਓ। 15 ਤਰੀਕ ਹੈ, ਸ਼ਨੀਵਾਰ ਵਾਲਾ ਦਿਨ। ਆਪਣੇ ਜਿੱਥੇ ਜਿੱਥੇ ਤੁਹਾਡੀ ਵੋਟਿੰਗ ਹੈਗੀ ਆ, ਪੋਲਿੰਗ ਸਟੇਸ਼ਨ ਹੈ, ਜ਼ਰੂਰ ਉੱਥੇ ਜਾਇਓ। ਜਦੋਂ ਸਰੀ ਦੀ ਗੱਲ ਆਉਂਦੀ ਹੈ ਤਾਂ ਸਰੀ ਦੀ ਇਲੈਕਸ਼ਨ ਜਿਹੜੀ ਉਹ ਡਿਫਰੈਂਟ ਤਰ੍ਹਾਂ ਦਾ ਰੂਪ ਜਿਹੜਾ ਉਹ ਧਾਰਨ ਕਰ ਚੁੱਕੀ ਹੈ। ਬਹੁਤ ਸਾਰੇ ਕੈਂਡੀਡੇਟ ਮੈਦਾਨ ਦੇ ਵਿੱਚ ਨੇ ਤੇ ਬਹੁਤ ਸਾਰੇ ਲੋਕ ਵੀ ਆ ਕੇ ਕਹਿੰਦੇ ਨੇ ਕਿ ਚੁਣਨਾ ਮੁਸ਼ਕਿਲ ਹੈ ਕਿ ਕਿਸ ਨੂੰ ਚੁਣੀਏ, ਕਿਹਨੂੰ ਵੋਟ ਪਾਈਏ, ਕੀ ਇਸ ਵਾਰ ਮੇਅਰ ਹੋਰ ਕਾਉਂਸਲ ਮੈਂਬਰ ਹੋਰ ਅੱਡ ਤੋਂ ਹੋਣਗੇ ਜਾਂ ਇੱਕੋ ਹੀ ਸਲੇਟ ਚੁਣੀ ਜਾਊਗੀ, ਕੀ ਹੋਊਗਾ, ਕੀ ਡਿਸੀਜਨ ਹੋਊਗਾ। ਤੇ ਡਿਸੀਜਨ ਤੁਹਾਡੇ ਹੱਥ 'ਚ ਹੀ ਹੈ ਕਿ ਤੁਸੀਂ ਕਿਸ ਨੂੰ ਚੁਣਨਾ। ਉਸ ਨੂੰ ਚੁਣਨਾ ਜੋ ਸਰੀ ਲਈ ਕੰਮ ਕਰਦਾ ਹੋਵੇ, ਉਸ ਨੂੰ ਚੁਣਨਾ ਜਿਹਦੇ ਥਾਟ ਕਲੀਅਰ ਹੋਣ, ਉਸ ਨੂੰ ਚੁਣਨਾ ਜਿਹਨੇ ਸਰੀ ਦੇ ਲਈ ਕੰਮ ਕੀਤਾ ਹੋਵੇ। ਹੁਣ ਜਦੋਂ ਇਹ ਕੈਂਡੀਡੇਟ ਆਉਂਦੇ ਆ, ਸਭ ਤੋਂ ਪਹਿਲਾ ਸਵਾਲ ਇਹੀ ਹੁੰਦਾ ਕਿ ਤੁਸੀਂ ਜੇ ਕਾਉਂਸਲ ਮੈਂਬਰ ਪਹਿਲਾਂ ਰਹਿ ਚੁੱਕੇ ਨੇ ਤਾਂ ਉਹਨਾਂ ਨੇ ਕੀ ਕੰਮ ਕੀਤੇ ਨੇ, ਤੇ ਜੇ ਪਹਿਲੀ ਵਾਰੀ ਲੜ ਰਹੇ ਨੇ ਤਾਂ ਕੀ ਕੁਝ ਲੈ ਕੇ ਅੱਗੇ ਵਧ ਰਹੇ ਨੇ। ਜਦੋਂ ਅਸੀਂ ਹੋਣ ਵਾਲੀ ਕਾਉਂਸਲ ਦੀ ਗੱਲ ਕਰਦੇ ਹਾਂ ਤਾਂ ਜਦੋਂ ਕਾਉਂਸਲਰ ਮਨਦੀਪ ਨਾਗਰਾ ਦੀ ਗੱਲ ਆਉਂਦੀ ਹੈ, ਦੂਜੀ ਵਾਰੀ ਫਿਰ ਤੋਂ ਮੈਦਾਨ ਦੇ ਵਿੱਚ ਨੇ ਤੇ ਦੂਜੀ ਵਾਰੀ ਚਾਹੁੰਦੇ ਨੇ ਕਿ ਤੁਸੀਂ ਉਹਨਾਂ ਦਾ ਸਾਥ ਦਿਓ। ਅੱਜ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਤੇ ਪੁੱਛਾਂਗੇ ਕਿ ਕਿਹੜੇ ਕਿਹੜੇ ਕੰਮ ਕੀਤੇ ਗਏ ਆ। ਆਉਣ ਵਾਲੇ ਸਮੇਂ ਦੇ ਵਿੱਚ ਲੋਕ ਜੇ ਉਹਨਾਂ ਨੂੰ ਚਾਹੁੰਦੇ ਆ ਤਾਂ ਕਿਹੜੇ ਕਿਹੜੇ ਕੰਮ ਕੀਤੇ ਜਾਣਗੇ। ਸੋ ਆਓ ਫਿਰ ਸਵਾਗਤ ਕਰ ਲੈਂਦੇ ਹਾਂ ਮਨਦੀਪ ਨਾਗਰਾ ਦਾ। ਨਾਗਰਾ ਸਾਹਿਬ ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਜੀ। ਤੁਹਾਨੂੰ ਤੇ ਤੁਹਾਡੇ ਸਾਰੇ ਦੇਖਣ ਵਾਲਿਆਂ ਨੂੰ ਸਤਿ ਸ਼੍ਰੀ ਅਕਾਲ। ਨਾਗਰਾ ਸਾਹਿਬ ਕਿਵੇਂ ਚੱਲ ਰਹੀ ਹੈ ਜੀ ਕੈਂਪੇਨ ਇਸ ਸਾਲ? ਬਹੁਤ ਵਧੀਆ ਕੈਂਪੇਨ ਚੱਲ ਰਹੀ ਹੈ, ਬਹੁਤ ਪੋਜ਼ਿਟਿਵ ਵੇ ਨਾਲ ਕੈਂਪੇਨ ਚੱਲ ਰਹੀ ਹੈ। ਇਸ਼ੂ ਬੇਸਡ ਪੋਲਿਟਿਕਸ ਹੋ ਰਹੀ ਆ। ਜਿਹੜੇ ਕੰਮ ਕੀਤੇ ਹੋਏ ਉਹਨਾਂ ਦੀ ਗੱਲ ਕਰ ਰਹੇ ਹਾਂ, ਫਿਊਚਰ ਪਲਾਨਸ ਦੀ ਗੱਲ ਕਰ ਰਹੇ ਹਾਂ, ਵਿਦਆਊਟ ਕਿਸੇ ਨੈਗੇਟਿਵਿਟੀ ਦੇ। ਬਿਲਕੁਲ ਜੀ, ਇਹੀ ਹੋਣੀ ਚਾਹੀਦੀ ਹੈ, ਵਿਦਆਊਟ ਨੈਗੇਟਿਵਿਟੀ ਜਦੋਂ ਕੈਂਪੇਨ ਚੱਲਦੀ ਹੈ। ਨਹੀਂ ਤਾਂ ਫਿਰ ਸਾਡੇ ਤੇ ਐਲੀਗੇਸ਼ਨ ਇਹ ਆਉਂਦੀ ਹੈ ਕਿ ਪੰਜਾਬ ਵਾਲੀ ਪੋਲਿਟਿਕਸ ਚੱਲ ਰਹੀ ਹੈਗੀ ਹੈ, ਦੋਸ਼ ਜਿਹੜੇ ਇੱਕ ਦੂਜੇ ਤੇ ਲਗਾਏ ਜਾ ਰਹੇ ਆ। ਕੀ ਲੱਗਦਾ ਕਿ ਇਸ ਦੇ ਵਿੱਚ ਇਲੈਕਸ਼ਨ ਵਿੱਚ ਕਿਤੇ ਨਾ ਕਿਤੇ ਦੋਸ਼ ਲਗਾਏ ਜਾ ਰਹੇ ਆ? ਮੈਂ ਇਹਦਾ ਮੈਂ ਤੁਹਾਨੂੰ ਸ਼ਾਇਦ ਇਹ ਗੱਲ ਆਪਣੀ ਕਮਿਊਨਿਟੀ ਦੇ ਵਿੱਚ ਇੰਨੀ ਰੀਅਲਾਈਜ਼ ਨਹੀਂ ਹੋ ਰਹੀ, ਪਰ ਆਉਣ ਵਾਲੇ ਸਾਲਾਂ ਦੇ ਵਿੱਚ ਬਹੁਤ ਜ਼ਿਆਦਾ ਪ੍ਰੋਬਲਮ ਕ੍ਰੀਏਟ ਹੋ ਜਾਏਗੀ ਜੇ ਅੱਜ ਆਪਾਂ ਅਵੇਅਰਨੈਸ ਨਹੀਂ ਲਿਆਂਦੀ, ਜੇ ਅੱਜ ਆਪਾਂ ਗੱਲ ਨਾ ਕਰਨ ਲੱਗੇ। ਉਹ ਇਹ ਇਸ਼ੂ ਹੈ ਕਿ ਅੱਜ ਦੇ ਟਾਈਮ ਦੇ ਵਿੱਚ ਨੈਗੇਟਿਵਿਟੀ, ਪਰਸਨਲ ਅਟੈਕਸ ਡਿਊਰਿੰਗ ਇਲੈਕਸ਼ਨ ਓਨਲੀ ਇੰਨੇ ਜ਼ਿਆਦਾ ਵੱਧ ਗਏ ਨੇ ਕਿ ਜਿਹੜੇ ਚੰਗੇ ਲੋਕ ਨੇ, ਜਿਹੜੇ ਲੋਕ ਸੀਰੀਅਸ ਨੇ ਆਪਣੇ ਸਿਟੀਜ਼ ਲਈ, ਆਪਣੀਆਂ ਗਵਰਨਮੈਂਟਸ ਲਈ, ਉਹ ਅੱਗੇ ਆਉਣਾ ਨਹੀਂ ਲਾਈਕ ਕਰਦੇ, ਜਸਟ ਬਿਕਾਜ਼ ਉਹ ਕਹਿੰਦੇ ਕਿਉਂਕਿ ਪੋਲਿਟਿਕਸ ਬਹੁਤ ਇੱਕ ਡਰਟੀ ਗੇਮ ਬਣ ਗਈ ਆ। ਇਹ ਬਹੁਤ ਜਿਹੜਾ ਮਾੜਾ ਰੁਝਾਨ ਆਪਣੀ ਕਮਿਊਨਿਟੀ ਦੇ ਵਿੱਚ ਸਟਾਰਟ ਹੋਇਆ, ਮੈਨੂੰ ਲੱਗਦਾ ਇਹ ਸਟਾਪ ਹੋਣਾ ਚਾਹੀਦਾ। ਇਹਦੇ ਵਿੱਚ ਮੀਡੀਆ ਨੂੰ ਵੀ ਮੈਂ ਰਿਕੁਐਸਟ ਕਰੂੰ ਆਪਣਾ ਰੋਲ ਪਲੇ ਕਰਨ। ਅਦਰਵਾਈਜ਼ ਤੁਸੀਂ ਦੇਖੋ ਕਿ ਅੱਜ 35 ਮਿਊਨਿਸਪੈਲਿਟੀਜ਼ ਹੈਗੀਆਂ ਜਿੱਥੇ ਅਨਅਪੋਜ਼ਡ ਮੇਅਰ ਇਲੈਕਟ ਹੋ ਗਏ ਕਿਉਂਕਿ ਕਿਸੇ ਨੇ ਆਪਣਾ ਨਾਂ ਅੱਗੇ ਨਹੀਂ ਪਾਇਆ। ਇਹ ਬਹੁਤ ਮਾੜਾ ਟ੍ਰੈਂਡ ਆ, ਇਹ ਬਿਲਕੁਲ ਨਹੀਂ ਹੋਣਾ ਚਾਹੀਦਾ। ਲੋਕ ਪੋਲਿਟਿਕਸ ਛੱਡ ਕੇ ਪਰੇ ਜਾ ਰਹੇ ਨੇ। ਆਪਣੀ ਕਮਿਊਨਿਟੀ ਦੇ ਵਿੱਚ ਆਈ ਅੰਡਰਸਟੈਂਡ ਬਹੁਤ ਜ਼ਿਆਦਾ ਮੇਅਰਲ ਕੈਂਡੀਡੇਟ ਦੇ ਨਾਲ ਕਾਉਂਸਲਰ ਕੈਂਡੀਡੇਟ ਹੈਗੇ ਨੇ, ਪਰ ਇਹ ਹੌਲੀ ਹੌਲੀ ਘਟੇਗਾ ਕਿਉਂਕਿ ਇਹਨੂੰ ਚਾਹੇ ਤੇ ਆਪਾਂ ਇਹਨੂੰ ਇਸ਼ੂ ਬੇਸਡ ਪੋਲਿਟਿਕਸ ਰੱਖੀਏ। ਜੇ ਆਪਾਂ ਪਰਸਨਲ ਅਟੈਕਸ ਇੱਕ ਦੂਜੇ ਤੇ ਨਾ ਕਰਨੇ ਬੰਦ ਕੀਤੇ, ਤੁਸੀਂ ਦੇਖੋਗੇ ਕਿ ਇੱਥੇ ਜਿਹੜਾ ਇੰਟਰਸਟ ਆ ਅਗਲੀ ਜਨਰੇਸ਼ਨਸ ਦਾ ਉਹ ਖਤਮ ਹੋ ਜਾਏਗਾ। ਝੂਠ ਦੀ ਸਿਆਸਤ ਚੱਲ ਰਹੀ ਹੈਗੀ ਹੈ, ਜਿਵੇਂ ਅਸੀਂ ਕਹਿੰਦੇ ਹਾਂ ਕਿ ਇਸ਼ੂ ਬੇਸਡ ਅਸੀਂ ਕੈਨੇਡਾ ਦੇ ਵਿੱਚ ਦੇਖਦੇ ਹਾਂ ਕਿ ਡੈਮੋਕ੍ਰੇਸੀ ਸਭ ਤੋਂ ਜ਼ਿਆਦਾ ਹੈਗੀ ਹੈ। ਅਸੀਂ ਦੇਖਦੇ ਹਾਂ ਕਿ ਇੱਥੇ ਇਸ਼ੂ ਤੇ ਪੋਲਿਟਿਕਸ ਹੁੰਦੀ ਹੈ, ਤੇ ਪਰ ਜਦੋਂ ਸਰੀ ਦੀ ਗੱਲ ਆਉਂਦੀ ਹੈ ਤਾਂ ਸਰੀ ਦੇ ਵਿੱਚ ਇੱਕ ਡਿਫਰੈਂਟ ਇੱਕ ਦੇਖਣ ਨੂੰ ਮਿਲ ਰਿਹਾ ਹੈਗਾ। ਖਾਸ ਕਰਕੇ ਹੁਣ ਪਿਛਲੇ ਕੁਝ ਸਾਲਾਂ ਤੋਂ ਟ੍ਰੈਂਡ ਜਿਹੜਾ ਉਹ ਚੇਂਜ ਹੁੰਦਾ ਆ ਰਿਹਾ ਕਿ ਅਸੀਂ ਕਹਿੰਦੇ ਕੁਛ ਆ, ਕਰਦੇ ਕੁਛ ਆ, ਕਹਿੰਦੇ ਝੂਠ ਦੇ ਵਾਅਦੇ ਕੀਤੇ ਜਾ ਰਹੇ ਨੇ ਜਾਂ ਪਿਛਲੇ 4 ਸਾਲਾਂ ਦੇ ਵਿੱਚ ਕੰਮ ਨਹੀਂ ਹੋਏ। ਤੁਸੀਂ ਇਸ ਗੱਲ ਨਾਲ ਕਿੰਨਾ ਕੁ ਐਗਰੀ ਕਰਦੇ ਆ ਕਿ ਪਿਛਲੇ 4 ਸਾਲਾਂ 'ਚ ਸਰੀ 'ਚ ਕੰਮ ਨਹੀਂ ਹੋਏ? ਵੈਲ ਤੁਸੀਂ ਲੌਂਗ ਟਾਈਮ ਤੋਂ ਰਿਪੋਰਟਿੰਗ ਕਰਦੇ ਹੋ, ਤੁਸੀਂ ਦੱਸ ਸਕਦੇ ਹੋ ਕਿ ਕਿੰਨੀਆਂ ਗਰਾਊਂਡ ਬ੍ਰੇਕਿੰਗ ਸੈਰੇਮਨੀਜ਼ ਤੇ ਕਿੰਨੇ ਪ੍ਰੋਜੈਕਟਸ ਦੀ ਓਪਨਿੰਗਸ ਤੇ ਤੁਸੀਂ ਆਪ ਟੀਮ ਲੈ ਕੇ ਪਹੁੰਚੇ ਸੀ ਉੱਥੇ 4 ਸਾਲ ਦੇ ਵਿੱਚ? ਉਹ ਕੋਈ ਕੋਲੋਂ ਬਣਾਏ ਹੋਏ ਪ੍ਰੋਜੈਕਟ ਨਹੀਂ ਸੀਗੇ। ਉਹ ਐ ਨਹੀਂ ਸੀ ਕਿ ਗਰਾਊਂਡ ਬ੍ਰੇਕਿੰਗ ਕਰ ਲਈ ਤੇ ਉਸ ਤੋਂ ਬਾਅਦ ਉੱਥੇ ਕੋਈ ਕੰਮ ਨਹੀਂ ਚੱਲਿਆ। ਉੱਥੇ ਲੈਂਡ ਬਾਏ ਕੀਤੀ ਗਈ ਆ। ਜੇ ਆਪਾਂ ਨਿਊਟਨ ਰੈਕ ਸੈਂਟਰ ਦੀ ਗੱਲ ਕਰੀਏ, ਕੀ 2018 ਤੋਂ ਪਹਿਲੇ ਕੀ ਲੈਂਡ ਹੈ ਸੀ ਉਹ ਸਿਟੀ ਦੇ ਕੋਲ? ਬਿਲਕੁਲ ਨਹੀਂ। 2019 ਦੇ ਵਿੱਚ ਲੈਂਡ ਬਾਏ ਕੀਤੀ ਰੈਕ ਸੈਂਟਰ ਵਾਸਤੇ, ਪ੍ਰਾਈਮ ਲੋਕੇਸ਼ਨ 7 ਏਕੜਸ। ਉਸ ਤੋਂ ਬਾਅਦ ਜਿੱਦਣ ਗਰਾਊਂਡ ਬ੍ਰੇਕਿੰਗ ਕੀਤੀ ਆ ਤੁਸੀਂ ਨਿਊਟਨ ਵਾਕਿੰਗ ਟਰੈਕ ਦੀ, ਉਸ ਦਿਨ ਵੀ ਤੁਸੀਂ ਸੀ ਉੱਥੇ ਸੀ। ਜਿੱਦਣ ਕੰਪਲੀਸ਼ਨ ਹੋਈ ਉਸ ਦਿਨ ਵੀ ਉੱਥੇ ਸੀ। ਉਸ ਤੋਂ ਬਾਅਦ ਹੋਰ ਕਿੰਨੇ ਟਰੈਕਸ ਆ? ਬੇਅਰ ਕ੍ਰੀਕ ਦੇ ਵਿੱਚ ਟਰੈਕ ਹੈ। ਕੀ ਬੇਅਰ ਕ੍ਰੀਕ ਦਾ ਸਟੇਡੀਅਮ ਬਣਾਉਣ ਦੀ ਪ੍ਰੋਮਿਸ ਸੀ, ਅੱਜ ਉੱਥੇ ਜਿਹੜੀਆਂ ਕ੍ਰੇਨਸ, ਅੱਜ ਜਿਹੜੀਆਂ ਮਸ਼ੀਨਸ ਹੈਗੀਆਂ ਉੱਥੇ ਸੀਟਿੰਗ ਵਗੈਰਾ ਸਾਰੀ ਪੱਟ ਦਿੱਤੀ, ਉੱਥੇ ਪੂਰਾ ਫੈਂਸ ਕੀਤੀ ਹੋਈ ਆ। ਕੀ ਉਹ ਝੂਠ ਵੈਸੇ ਹੀ ਉਹ ਪੱਟੀ ਹੋਈ ਆ ਕਿ ਜਸਟ ਇੱਕ ਇਲੈਕਸ਼ਨ ਦਾ ਕਰਕੇ? ਉੱਥੇ ਐਕਚੁਅਲ ਕੰਮ ਚੱਲ ਰਿਹਾ।
ਕੀ ਪੁਲਿਸ ਦੇ ਜਿਹੜੇ ਆਫੀਸਰ ਨੇ ਕੀ ਉਹ ਵਿਦਆਊਟ ਹਾਇਰ ਹੋਏ ਆ, ਬਾਹਰ ਯੂਨੀਫਾਰਮ ਪਾ ਕੇ ਘੁੰਮ ਰਹੇ ਨੇ? 300 ਪੁਲਿਸ ਦਾ ਆਫੀਸਰ ਆਲਰੇਡੀ ਫਰੇਜ਼ਰ ਹਾਈਵੇ ਬੰਦ ਕੀਤਾ ਹੋਇਆ। ਮੈਂ ਉਹਨਾਂ ਨੂੰ ਪੁੱਛਣਾ ਚਾਹੁੰਦਾ ਜਿਹੜੇ ਕਹਿੰਦੇ ਕੰਮ ਨਹੀਂ ਹੋਏ ਕੋਈ ਵੀ, ਕੀ ਉੱਥੇ ਫਿਰ ਉਹ ਫਰੇਜ਼ਰ ਹਾਈਵੇ ਬੰਦ ਕਿਉਂ ਹੈ ਇਸ ਟਾਈਮ? ਕੀ ਉੱਥੇ ਸਕਾਈ ਟ੍ਰੇਨ ਦੇ ਟਰੈਕਸ ਨਹੀਂ ਬਣ ਰਹੇ? ਇਹ ਗਲਤ ਇਨਫੋਰਮੇਸ਼ਨ ਬਾਹਰ ਦਿੱਤੀ ਜਾ ਰਹੀ ਹੈ ਲੋਕਾਂ ਨੂੰ। ਸੋ ਇਸੇ ਗੱਲ ਤੋਂ ਅੱਜ ਥੋੜੀ ਜਿਹੀ ਮੈਨੂੰ ਸਵੇਰ ਤੋਂ ਫਰਸਟ੍ਰੇਸ਼ਨ ਹੈਗੀ, ਕਿਉਂਕਿ ਪਰਸਨਲ ਅਟੈਕਸ ਤੇ ਗਲਤ ਇਨਫੋਰਮੇਸ਼ਨ ਇਹ ਬਾਰ-ਬਾਰ ਕਨਫਿਊਜ਼ਨ ਕ੍ਰੀਏਟ ਕਰਕੇ ਜਿਹੜੀ ਆਪਣੀਆਂ ਵੋਟਾਂ, ਆਪਾਂ ਆਈਡੀਆਸ ਦੀ ਗੱਲ ਕਰੀਏ, ਆਪਾਂ ਕੀ ਸੋਚਦੇ ਆ, ਆਪਾਂ ਟਰੈਕ ਰੈਕਡ ਦੀ, ਆਪਾਂ ਹੋਰ ਚੀਜ਼ਾਂ ਦੀ ਗੱਲ ਕਰੀਏ, ਨਾਟ ਕਿ ਆਪਾਂ ਜਸਟ ਇੱਕ ਚੀਜ਼ ਤੇ ਫੋਕਸ ਕਰਕੇ, ਉਹ ਵੀ ਬੇਸਲੈਸ, ਉਸ ਤੇ ਫੋਕਸ ਕਰਕੇ ਆਪਾਂ ਇਲੈਕਸ਼ਨ ਦੀ ਵੋਟਾਂ ਲੈਣ ਦੀ ਆਪਾਂ ਟਰਾਈ ਕਰੀ ਜਾਈਏ ਲੋਕਾਂ ਨੂੰ। ਇਹੀ ਮਕਸਦ ਹੈ ਅੱਜ ਆਪਣੀ ਗੱਲਬਾਤ ਦਾ ਕਿ ਕੀ ਹੋ ਰਿਹਾ, ਕੀ ਇਨਫੋਰਮੇਸ਼ਨ ਹੈ ਤੇ ਤੁਸੀਂ ਤੁਹਾਡੇ ਵੱਲੋਂ ਕੀ ਕਿਹਾ ਜਾ ਰਿਹਾ, ਕੀ ਵਿਊਅਰਸ ਨੂੰ ਦੱਸਿਆ ਜਾ ਰਿਹਾ। ਕਿਉਂਕਿ ਜਦੋਂ ਇਹ ਗੱਲ ਆਉਂਦੀ ਹੈ ਕਿ ਤੁਹਾਡੇ ਵੱਲੋਂ ਕੰਮ ਕੀਤੇ ਜਾ ਰਹੇ ਨੇ, ਪਰ ਇਨਫੋਰਮੇਸ਼ਨ ਜਿਹੜੀ ਬਾਹਰ ਆਉਂਦੀ ਆ ਉਹ ਇਹ ਆਉਂਦੀ ਹੈ ਕਿ ਇੱਕ ਦਿਨ 'ਚ ਹੀ 50 ਐਪਲੀਕੇਸ਼ਨ ਅਪਰੂਵ ਕਰਵਾ ਲਈਆਂ ਗਈਆਂ, ਉਹ ਵੀ ਇਲੈਕਸ਼ਨ ਨੂੰ ਦੇਖਦੇ। ਬਿਲਕੁਲ ਐਵਰੇਜ ਜਿਹੜੀ ਕਾਉਂਸਲ ਮੀਟਿੰਗ ਆ ਉਹਦੇ ਵਿੱਚ 10 ਤੋਂ 15 ਤੋਂ 20 ਐਪਲੀਕੇਸ਼ਨਸ ਹੁੰਦੀਆਂ। 2019 ਉਹਨਾਂ ਨੂੰ ਪਤਾ ਜਿਹੜੇ ਇਹ ਐਲੀਗੇਸ਼ਨਸ ਲਾ ਰਹੇ ਕਿ ਸੈਪਟੈਂਬਰ 19 ਨੂੰ ਮੰਡੇ ਵਾਲੇ ਦਿਨ ਫੈਡਰਲ ਗਵਰਨਮੈਂਟ ਨੇ ਇੱਥੇ ਹੌਲੀਡੇ ਡਿਕਲੇਅਰ ਕਰ ਦਿੱਤਾ ਸੀ ਕੁਈਨ ਦੇ ਫਿਊਨਰਲ ਤੇ। ਉਸ ਦਿਨ ਕਾਉਂਸਲ ਮੀਟਿੰਗ ਸੀ, ਉਹ ਕਾਉਂਸਲ ਮੀਟਿੰਗ ਕੈਂਸਲ ਹੋਈ, ਸਭ ਨੂੰ ਪਤਾ। ਇਹ ਪਹਿਲੀ ਇੱਕੋ ਇੱਕ ਕਾਉਂਸਲ ਮੀਟਿੰਗ ਸੀ ਜਿਹੜੀ ਪਿਛਲੇ 4 ਸਾਲ ਦੇ ਵਿੱਚ ਇਹ ਇਦਾਂ ਦੀ ਕਿਸੇ ਰੀਜ਼ਨ ਕਰਕੇ ਕੈਂਸਲ ਹੋਈ। ਡਿਊਰਿੰਗ ਕੋਵਿਡ ਵੀ ਜਿਹੜੀਆਂ ਕਾਉਂਸਲ ਮੀਟਿੰਗਸ ਆ ਉਹ ਕੈਂਸਲ ਨਹੀਂ ਹੋਈਆਂ, ਉਹ ਸ਼ਿਫਟ ਕੀਤੀਆਂ ਆਨਲਾਈਨ। ਡਿਊਰਿੰਗ ਕੋਵਿਡ ਵੀ ਕੋਈ ਵੀ ਮੀਟਿੰਗ ਕੈਂਸਲ ਨਹੀਂ ਹੋਈ, ਪਰ ਉਹ ਇੱਕੋ ਇੱਕ ਮੀਟਿੰਗ ਸੀ ਜਿਹੜੀ ਕੈਂਸਲ ਹੋਈ ਸੈਪਟੈਂਬਰ 19 'ਚ। ਉਹਦੇ ਸਾਰੇ ਪ੍ਰੋਜੈਕਟਸ ਫਿਰ ਜਿਹੜੀ ਅਕਤੂਬਰ 2 ਨੂੰ 3 ਨੂੰ ਹੋਣੀ ਸੀ, ਉਹਦੇ ਸਾਰੇ ਪ੍ਰੋਜੈਕਟ, ਇਸ ਕਰਕੇ ਉਹ ਜਿਹੜਾ ਪੈਕੇਜ ਹੈ ਉਹ ਡਬਲ ਹੋ ਗਿਆ ਏਜੰਡੇ ਦੇ। 45 ਆਈਟਮ ਸੀ, ਐਵਰੇਜ 22 25 ਆਈਟਮਸ ਹੁੰਦੀਆਂ ਨੇ, ਕਿਉਂਕਿ ਉਹ 2 ਮੀਟਿੰਗ, ਇੱਕ ਸੈਪਟੈਂਬਰ 19 ਦੀ ਮੀਟਿੰਗ ਕੈਂਸਲ ਹੋਈ, ਅਸੀਂ ਨਹੀਂ ਕੀਤੀ, ਉਹ ਫੈਡਰਲ ਗਵਰਨਮੈਂਟ ਨੇ ਹੌਲੀਡੇ ਡਿਕਲੇਅਰ ਕੀਤਾ ਕੁਈਨ ਦੇ ਫਿਊਨਰਲ ਦੇ ਵਿੱਚ, ਤੇ ਉਹ ਕੈਂਸਲ ਹੋ ਗਈ ਤੇ ਉਹ ਆਈਟਮ ਸਾਰੀਆਂ ਆ ਗਈਆਂ। 45 ਆਈਟਮਸ, ਏਜੰਡਾ ਵੱਡਾ ਹੋ ਗਿਆ। ਸਾਡੇ ਵਾਸਤੇ ਬਹੁਤ ਡਿਫਿਕਲਟ ਸੀ ਇੰਨੀਆਂ ਆਈਟਮਸ ਨੂੰ ਇੱਕ ਮੀਟਿੰਗ ਦੇ ਵਿੱਚ ਉਹਨਾਂ ਤੇ ਡਿਸੀਜਨ ਬਣਾਉਣੇ, ਉਹਨਾਂ ਨੂੰ ਕੰਸੀਡਰ ਕਰਨਾ। ਸੋ ਬਹੁਤ ਔਖਾ ਸੀ ਸਾਡੇ ਵਾਸਤੇ, ਪਰ ਐਟ ਦ ਸੇਮ ਟਾਈਮ ਬਿਜ਼ਨਸ ਮਸਟ ਗੋ ਔਨ। ਸਿਟੀ ਦੇ ਵਿੱਚ ਬਹੁਤ ਕੰਟਰੈਕਟ ਸੀਗੇ, ਬਹੁਤ ਗ੍ਰਾਂਟਸ ਪ੍ਰੋਗਰਾਮ ਸੀਗੇ ਡਿਫਰੈਂਟ ਸੁਸਾਇਟੀਜ਼ ਨੂੰ, ਡਿਫਰੈਂਟ ਨਾਨ ਪ੍ਰੋਫਿਟਸ ਨੂੰ। ਸੋ ਹੋਰ ਇੱਦਾਂ ਦੇ ਬਹੁਤ ਜ਼ਰੂਰੀ ਕੰਮ ਸੀਗੇ। ਹਾਊਸਿੰਗ ਅਸੀਂ ਉਦੋਂ ਅਬਾਊਟ ਈਚ ਕਾਉਂਸਲ ਤੇ ਅਸੀਂ 1500 to 2000 ਯੂਨਿਟਸ ਅਪਰੂਵ ਕਰਦੇ ਹਾਂ ਅਸੀਂ ਪਿਛਲੇ 4 ਸਾਲ ਤੋਂ, ਕਿਉਂਕਿ ਜਿਹੜੀ ਅਫੋਰਡੇਬਿਲਿਟੀ ਫੇਰ ਹੀ ਬਣੇਗੀ ਜੇ ਸਪਲਾਈ ਅਸੀਂ ਵੱਧ ਕਰਾਂਗੇ, ਫੇਰ ਹੀ ਡਿਮਾਂਡ ਘਟੇਗੀ, ਫੇਰ ਹੀ ਪ੍ਰਾਈਸਿਸ ਥੱਲੇ ਆਉਣਗੀਆਂ। ਸੋ ਬਹੁਤ ਜ਼ਰੂਰੀ ਸੀਗਾ ਇਹ ਤੇ ਕਿ ਕਾਉਂਸਲ ਮੀਟਿੰਗ ਕਰ ਲਈ ਹੈ ਇਹ ਜਸਟ ਇਲੈਕਸ਼ਨ ਤੋਂ ਪਹਿਲੇ। ਇਹ ਜਿਹੜੇ ਡੇਟਸ ਹੁੰਦੀਆਂ ਕਾਉਂਸਲ ਮੀਟਿੰਗ ਦੀਆਂ, ਇਹ 1 ਸਾਲ ਪਹਿਲੇ ਸੈੱਟ ਹੋਈਆਂ ਹੁੰਦੀਆਂ। ਇਹ ਇੱਦਾਂ ਨਹੀਂ ਕਿ ਅਸੀਂ ਨੈਕਸਟ ਕਾਉਂਸਲ ਮੀਟਿੰਗ ਅੱਜ ਡਿਸਾਈਡ ਕਰਨੀ ਆ। ਐਵਰੀ ਡਿਸੰਬਰ ਅਗਲੇ ਪੂਰੇ ਸਾਲ ਦੀਆਂ ਡੇਟਸ ਉਹ ਸੈੱਟ ਹੋ ਜਾਂਦੀਆਂ ਤੇ ਕਾਉਂਸਲ ਅਪਰੂਵ ਕਰਦੀ, ਪੂਰੀ ਕਾਉਂਸਲ ਨੇ ਅਪਰੂਵ ਕੀਤਾ। ਉਹ ਵੀ ਜਿਹੜੇ ਕਾਉਂਸਲਰ ਜਿਹੜੇ ਉਦੋਂ ਅਟੈਂਡ ਵੀ ਨਹੀਂ ਕੀਤਾ ਜਾਂ ਜਿਨ੍ਹਾਂ ਨੇ ਅਗੇਂਸਟ ਕਿਹਾ ਕਿ ਅਸੀਂ ਇਹ ਕਾਉਂਸਲ ਤੇ ਮੀਟਿੰਗ ਤੇ ਜਾਣਾ ਨਹੀਂ ਕਿਉਂਕਿ ਇਲੈਕਸ਼ਨ ਦੇ ਟੂ ਕਲੋਜ਼ ਆ, ਪਰ ਉਹਨਾਂ ਨੇ ਦਸੰਬਰ ਦੇ ਵਿੱਚ ਪਬਲਿਕ ਰੈਕਡ ਨੇ ਉਹਨਾਂ ਨੇ ਆਪ ਅਪਰੂਵ ਕੀਤੀਆਂ ਹੋਈਆਂ ਡੇਟਸ। ਡਾਕਟਰ ਸਾਹਿਬ, ਜਿਵੇਂ ਹੁਣ ਇਸ ਸਾਲ ਦੀ ਕੈਂਪੇਨ ਦੇ ਵਿੱਚ ਦੇਖੀਏ ਕਿ ਬਹੁਤ ਸਾਰੇ ਮੇਅਰ ਕੈਂਡੀਡੇਟ ਨੇ, ਬਹੁਤ ਸਾਰੇ ਕਾਉਂਸਲ ਕੈਂਡੀਡੇਟ ਨੇ, ਹੁਣ ਹਰ ਕੋਈ ਇਹ ਕਹਿ ਰਿਹਾ ਕਿ ਸਿਟੀ ਹਾਲ ਦੇ ਵਿੱਚ ਟਰਾਂਸਪੇਰੈਂਸੀ ਨਹੀਂ ਹੈਗੀ, ਮੁੱਦੇ ਜਿਹੜੇ ਨੇ ਉਹਨਾਂ ਤੇ ਕੰਮ ਨਹੀਂ ਕੀਤਾ ਜਾਂਦਾ, ਉੱਥੇ ਸਿਰਫ ਤੇ ਸਿਰਫ ਜੇ ਤੁਹਾਡੀ ਜਾਣ ਪਛਾਣਾ ਤਾਂ ਕੰਮ ਹੁੰਦੇ ਆ, ਕੁਝ ਸਮ ਬਿਲਡਰਸ ਨੇ ਉਹਨਾਂ ਦੇ ਪਰਮਿਟ ਅਪਰੂਵ ਹੁੰਦੇ ਨੇ। ਸੋ ਇਦਾਂ ਦੀਆਂ ਜਿਹੜੀਆਂ ਲੋਕਾਂ ਨੂੰ ਦਿੱਕਤਾਂ ਆ ਰਹੀਆਂ ਨੇ, ਤੁਹਾਨੂੰ ਕੀ ਲੱਗਦਾ ਅਜਿਹਾ ਕੁਝ ਹੋ ਰਿਹਾ ਸਿਟੀ ਹਾਲ ਦੇ ਵਿੱਚ? ਨਹੀਂ, ਅਸੀਂ ਬਹੁਤ ਪ੍ਰੋ ਡਿਵੈਲਪਮੈਂਟ ਕਾਉਂਸਲ ਰਹੇ ਹਾਂ ਪਿਛਲੇ 4 ਸਾਲ ਦੇ ਵਿੱਚ, ਸਪੈਸ਼ਲੀ ਜਿਹੜੀ ਸਾਡੀ ਟੀਮ ਸੀ ਮੇਅਰ ਮਕੈਲਮ ਤੇ ਸਾਡੀ ਟੀਮ ਸੀਗੀ, ਅਸੀਂ ਪ੍ਰੋ ਡਿਵੈਲਪਮੈਂਟ ਰਹੇ ਹਾਂ। ਅਸੀਂ ਸਾਰੇ ਪ੍ਰੋਜੈਕਟ ਕੰਸੀਡਰ ਕੀਤੇ ਨੇ। ਜਿਹੜਾ ਵੀ ਕੋਈ ਵੀ ਡਿਵੈਲਪਰ ਸਾਡੇ ਕੋਲ ਪ੍ਰੋਜੈਕਟ ਲੈ ਕੇ ਆਇਆ, ਅਸੀਂ ਉਹ ਪ੍ਰੋਜੈਕਟ ਦੇ ਵਿੱਚ ਜੇ ਸਟਾਫ ਨੇ ਕੋਈ ਚੇਂਜਸ ਕੀਤੀਆਂ ਉਹ ਚੇਂਜਸ ਕਰਵਾ ਕੇ ਜੋ ਰਿਕੁਆਇਰ ਸੀ ਉਹ ਪੂਰਾ ਕਰਵਾ ਕੇ ਉਹ ਪ੍ਰੋਜੈਕਟ ਅਪਰੂਵ ਕੀਤੇ ਨੇ। ਕਿਉਂਕਿ ਹਾਊਸਿੰਗ ਦੀ ਡਿਮਾਂਡ ਬਹੁਤ ਜ਼ਿਆਦਾ ਹੈ ਇਸ ਟਾਈਮ, ਇੰਡਸਟਰੀਅਲ ਲੈਂਡਸ ਦੀ ਡਿਮਾਂਡ ਬਹੁਤ ਜ਼ਿਆਦਾ, ਵੇਅਰ ਹਾਊਸਿੰਗ ਦੀ ਡਿਮਾਂਡ ਬਹੁਤ ਜ਼ਿਆਦਾ, ਪ੍ਰਾਈਸਿਸ ਆਊਟ ਆਫ ਕੰਟਰੋਲ ਨੇ ਕਿਉਂਕਿ ਲੋਕ ਮੂਵ ਹੋਣ ਲੱਗ ਪੈਣਗੇ, ਲੋਕ ਬਾਹਰ ਨਿਕਲਣ ਲੱਗ ਪੈਣਗੇ ਜਦੋਂ ਜੇ ਪ੍ਰਾਈਸਿਸ ਹੋਰ ਹਜੇ ਕੰਟਰੋਲ ਨਾ ਹੋਈਆਂ, ਸਪਲਾਈ ਇਨਫ ਨਾ ਦਿੱਤੀ ਗਈ, ਲੋਕ ਇੱਥੇ ਰਹਿਣਾ ਪਸੰਦ ਨਹੀਂ ਕਰਨਗੇ। ਕਿਉਂਕਿ ਜਦੋਂ ਅਫੋਰਡੇਬਲ ਨਹੀਂ ਚੀਜ਼ਾਂ ਮਹਿੰਗੀਆਂ ਬਹੁਤ ਹੋ ਜਾਂਦੀਆਂ, ਫਿਰ ਲੋਕ ਕਹਿੰਦੇ ਨੇ ਕਿ ਵਾਈ ਨੋਟ ਇੱਥੋਂ ਵੇਚ ਕੇ ਚਾਹੇ ਅਸੀਂ ਅਲਬਰਟਾ ਜਾਂ ਅਸੀਂ ਹੋਰ ਕਿਸੇ ਮਿਊਨਿਸਪੈਲਿਟੀ ਚੱਲ ਜਾਈਏ ਉੱਥੇ ਸਸਤਾ। ਸੋ ਬਹੁਤ ਜ਼ਰੂਰੀ ਸੀਗਾ ਸਾਡੇ ਵਾਸਤੇ ਪ੍ਰੋਜੈਕਟਸ ਜਿੰਨੇ ਵੀ ਆ ਰਹੇ ਸੀਗੇ ਉਹਨਾਂ ਨੂੰ ਅਕੋਰਡਿੰਗਲੀ ਉਸ ਏਰੀਏ ਦੇ ਵਿੱਚ ਫਿੱਟ ਕਰਕੇ ਜਿੱਦਾਂ ਵੀ ਆ ਸੋ ਅਪਰੂਵ ਕਰਕੇ ਉਹ ਸਪਲਾਈ ਵਧਾਉਣੀ। ਸੋ ਅਸੀਂ ਨਾਟ ਜਸਟ ਇੱਕ ਡਿਵੈਲਪਰ, ਅਸੀਂ ਹਰ ਇੱਕ ਦੇ ਕੰਮ ਦੇ ਵਿੱਚ ਉਹਨਾਂ ਦੀ ਹੈਲਪ ਕੀਤੀ ਆ। ਬਟ
ਕਈ ਵਾਰੀ ਉਹੀ ਅਗੇਨ ਫਿਰ ਇਲੈਕਸ਼ਨ ਦੇ ਵਿੱਚ, ਕਿਉਂਕਿ ਬਹੁਤ ਮੇਅਰਲ ਕੈਂਡੀਡੇਟ ਹੈਗੇ ਨੇ ਹੁਣ ਜਿਹੜੇ ਹੁਣ, ਪਰ ਉਹ 4 ਸਾਲ ਪਹਿਲਾਂ ਬਹੁਤ ਸੀਨੀਅਰ ਪੋਜੀਸ਼ਨਸ ਤੇ ਸੀਗੇ, ਪਰ ਉਹ ਉਸ ਟਾਈਮ ਤੇ ਕਦੀ ਉਹਨਾਂ ਨੇ ਕੋਈ ਪੁਆਇੰਟ ਰੇਜ਼ ਨਹੀਂ ਕੀਤਾ ਜਿਹੜਾ ਭਈ ਅਸੀਂ ਵੀ ਦੇਖ ਸਕਦੇ ਕਿ ਸ਼ਾਇਦ ਕੁਝ ਗਲਤ ਹੋ ਰਿਹਾ, ਅਸੀਂ ਦੇਖੀਏ, ਸਾਨੂੰ ਕਦੀ ਇਨਫੋਰਮ ਨਹੀਂ ਕੀਤਾ। ਪਰ ਆਲ ਆਫ ਅ ਸਡਨ ਹੁਣ ਡਿਊਰਿੰਗ ਇਲੈਕਸ਼ਨ ਇਹ ਚੀਜ਼ ਬਾਰ-ਬਾਰ ਰਿਪੀਟ ਕੀਤੀ ਜਾਂਦੀ ਹੈ। ਪੁਆਇੰਟ ਜਿਹੜੇ ਨੇ ਆਪਾਂ ਉਹਨਾਂ ਤੇ ਵੀ ਗੱਲਬਾਤ ਕਰਾਂਗੇ ਵੀ ਕਿਹੜੇ ਪੁਆਇੰਟ ਉਠਾਏ ਜਾ ਰਹੇ ਨੇ, ਪਰ ਨਾਗਰ ਸਾਹਿਬ ਜਦੋਂ ਸਰੀ ਦੀ ਗੱਲ ਆਉਂਦੀ ਹੈ ਨਾ, ਤਾਂ ਸਰੀ ਵਨ ਆਫ ਦਾ ਲਾਰਜੈਸਟ ਸਿਟੀ ਆਪਾਂ ਕਹਿ ਸਕਦੇ ਹੈਗੇ ਆ ਕਿ ਜਿੱਥੇ ਲੋਕ ਆ ਕੇ ਰਹਿਣਾ ਵੀ ਪਸੰਦ ਕਰਦੇ ਨੇ, ਆ ਕੇ ਸਭ ਤੋਂ ਪਹਿਲਾਂ ਜਿਹੜਾ ਕੋਈ ਆਉਂਦਾ ਉਹ ਸਰੀ ਦੇ ਵਿੱਚ ਆ ਕੇ ਸੈਟਲ ਹੋਣਾ ਚਾਹੁੰਦਾ। ਇੱਥੇ ਬਹੁਤ ਸਾਰੇ ਇਸ਼ੂ ਹੈਗੇ ਨੇ ਲੋਕਾਂ ਦੇ, ਉਹਨਾਂ ਦੇ ਵਿੱਚੋਂ ਸਭ ਤੋਂ ਵੱਡਾ ਇਸ਼ੂ ਹੁਣ ਜਿਹੜਾ ਸਾਹਮਣੇ ਆ ਰਿਹਾ ਸਟਰੀਟਸ ਦਾ ਇਸ਼ੂ ਜਿਹੜਾ ਆ ਕਿ ਸੜਕਾਂ ਹੀ ਨਹੀਂ ਬਣੀਆਂ ਹੈਗੀਆਂ, ਕਿ ਜਦੋਂ ਕੰਸਟਰਕਸ਼ਨ ਦੀ ਗੱਲ ਆਉਂਦੀ ਹੈ ਤੇ ਸੜਕਾਂ ਤੇ ਪੈਚ ਵਰਕ ਕਰ ਦਿੱਤਾ ਜਾਂਦਾ ਹੈ। ਸੋ ਸੜਕਾਂ ਦਾ ਸਭ ਤੋਂ ਵੱਡਾ ਇਸ਼ੂ ਆ ਰਿਹਾ, ਤੁਹਾਨੂੰ ਕੀ ਲੱਗਦਾ ਕਿ ਕਿਉਂ ਨਹੀਂ ਕੰਮ ਹੋ ਰਿਹਾ? ਜੀ ਬਿਲਕੁਲ, ਦੇਖੋ ਇੱਕ ਤੇ ਇਹ ਇਸ ਟਾਈਮ ਰੋਡਸ ਦੀ ਰਿਪੇਅਰ ਬਹੁਤ ਜ਼ਿਆਦਾ ਚੱਲ ਵੀ ਰਹੀ ਹੈ ਤੇ ਬਹੁਤ ਰੋਡਸ ਨੇ ਜਿਨ੍ਹਾਂ ਦੀ ਹਜੇ ਹੋਰ ਬਹੁਤ ਜ਼ਿਆਦਾ ਰਿਪੇਅਰ ਹੋਣ ਵਾਲੀ ਹੈ। ਇੱਕ ਤੇ ਇਹ ਜਿਹੜੀ ਟ੍ਰੈਫਿਕ ਹੈ ਜਾਂ ਹੋਰ ਆ, ਤੁਸੀਂ ਵੀ ਸੋਚ ਸਕਦੇ ਹੋ, ਤੁਹਾਡੇ ਵਿਊਅਰਸ ਵੀ ਉਹ ਰਿਅਲਾਈਜ਼ ਕਰਨਗੇ ਕਿ ਇਹ ਟ੍ਰੈਫਿਕ ਦੀ ਪ੍ਰੋਬਲਮ ਇਹ ਨਹੀਂ ਕਿ ਓਵਰਨਾਈਟ ਖੜੀ ਹੋ ਗਈ ਆ। ਇਹ ਪ੍ਰੋਬਲਮ ਇਸ ਕਰਕੇ ਖੜੀ ਹੋਈ ਕਿਉਂਕਿ ਮੈਨੂੰ ਵੀ ਲੌਂਗ ਟਾਈਮ ਹੋ ਗਿਆ ਸਰੀ ਦੇ ਵਿੱਚ ਰਹਿੰਦੇ ਨੂੰ। ਇੱਥੇ ਤੁਸੀਂ ਕੋਈ ਇੰਪਰੂਵਮੈਂਟ ਦੇਖੀ? ਕੋਈ ਨਵਾਂ ਰੋਡ ਬਣਾਇਆ, ਕੋਈ ਰੋਡ ਵਾਈਡਨਿੰਗ? ਕਿਉਂਕਿ ਪਿਛਲੇ 10-15 ਸਾਲ ਤੋਂ ਕੁਝ ਵੀ ਨਹੀਂ ਹੋਇਆ ਸੀ ਜੀ। ਸੋ ਹੌਲੀ ਹੌਲੀ ਪ੍ਰੋਬਲਮ ਬਹੁਤ ਜ਼ਿਆਦਾ ਵੱਡੀ ਕ੍ਰੀਏਟ ਹੋ ਗਈ। ਅੱਜ ਇੰਨੀ ਕੁ ਪ੍ਰੋਬਲਮ ਹੋ ਗਈ ਕਿ ਨਿਊਟਨ ਦੇ ਵਿੱਚ ਇੱਕ ਸਾਈਡ ਤੋਂ ਦੂਸਰੀ ਸਾਈਡ ਤੇ ਜਾਣ ਨੂੰ 2-2 ਘੰਟੇ ਵੀ ਲੱਗ ਜਾਂਦੇ ਨੇ, ਰਾਈਟ? ਕਿਉਂਕਿ ਨਵਾਂ ਹੁਣ ਦੇਖੋ 84th ਐਵੇਨਿਊ 2 ਵੀਕ ਦੇ ਵਿੱਚ ਖੁੱਲੇਗਾ। ਉਸ ਤੋਂ ਬਾਅਦ ਜਿਹੜਾ ਦੂਸਰਾ ਸੈਗਮੈਂਟ ਹੈ 128 ਤੋਂ ਲੈ ਕੇ 124 ਉਹ ਖੁੱਲ ਜਾਏਗਾ। ਨੋਡਲ ਵੇ ਤੋਂ ਲੈ ਕੇ ਫਰੇਜ਼ਰ ਹਾਈਵੇ ਤੱਕ ਪੂਰਾ ਕਨੈਕਟ ਹੋਏਗਾ। 88 ਤੇ ਜਿਹੜੀ ਟ੍ਰੈਫਿਕ ਹੈ ਬਹੁਤ ਰਿਡਿਊਸ ਹੋ ਜਾਏਗੀ ਉਹਦੇ ਨਾਲ। ਉਹ 128 ਤੇ 84 ਵਾਲਾ ਏਰੀਆ ਜਿੱਥੇ ਆਪਣੇ ਸਾਰੇ ਬਹੁਤ ਬਿਜ਼ਨੈਸਿਸ ਨੇ, ਉੱਥੇ ਵੀ ਟ੍ਰੈਫਿਕ ਘਟ ਜਾਏਗੀ ਕਿਉਂਕਿ ਟ੍ਰੈਫਿਕ ਥਰੂ ਹੋ ਜਾਏਗੀ ਉਹ, ਰੈਦਰ ਦੈਨ ਗੋਇੰਗ ਨਾਰਥ ਔਰ ਸਾਊਥ ਔਨ 128। ਜਾਂ ਸਿਮਿਲਰਲੀ ਕਿੰਗ ਜਾਰਜ ਤੇ, ਕਿਉਂਕਿ ਜਦੋਂ ਆਪਾਂ ਹੁਣ ਈਸਟ ਜਾਂਦੇ ਆ 84 ਤੇ ਮੋਰੇ ਕਿੰਗ ਜਾਰਜ ਤੇ ਉਹ ਰੋਡ ਖਤਮ ਹੋ ਜਾਂਦਾ। ਸੋ ਟ੍ਰੈਫਿਕ ਕਿੰਗ ਜਾਰਜ ਤੇ ਜਾਂ ਸਾਊਥ ਨੂੰ ਜਾਂਦੀ ਆ ਜਾਂ ਨਾਰਥ ਨੂੰ ਜਾਂਦੀ ਆ। ਕਿੰਗ ਜਾਰਜ ਤੇ ਰਸ਼ ਪੈ ਜਾਂਦਾ, ਕਿੰਗ ਜਾਰਜ ਬਲੌਕ ਹੋ ਜਾਂਦਾ। ਉਹ ਟ੍ਰੈਫਿਕ ਹੁਣ ਥਰੂ ਜਾ ਸਕਦੀ ਆ। ਸੋ ਉਹਦੇ ਨਾਲ ਈਸਟ ਵੈਸਟ ਨਾਰਥ ਸਾਊਥ ਕਨੈਕਸ਼ਨਸ ਵਧਣਗੇ। ਫਿਰ ਉਸ ਤੋਂ ਬਾਅਦ ਜਿਹੜਾ ਸਾਡਾ ਅਗਲਾ ਪਲਾਨ ਹੈਗਾ 72 ਐਵੇਨਿਊ ਜਿਹੜਾ 152 ਤੇ ਬੰਦ ਹੋ ਜਾਂਦਾ, ਉਹਨੂੰ ਆਲ ਦਾ ਵੇ ਥਰੂ 176 ਤੱਕ ਲੈ ਕੇ ਜਾਣਾ ਕਿਉਂਕਿ ਉਹਦੇ ਨਾਲ ਹੁਣ ਈਸਟ ਵੈਸਟ ਚਾਹੇ 88 ਹੈ ਇੱਕ ਸਾਈਡ ਤੇ ਦੂਸਰੀ ਸਾਈਡ ਤੇ 64 ਆ, ਵਿੱਚ ਕੋਈ ਵੀ ਇਦਾਂ ਦਾ ਰੋਡ ਨਹੀਂ ਹੈ ਜਿਹੜਾ ਆਲ ਇੱਕ ਸਰੀ ਦੀ ਇੱਕ ਸਾਈਡ ਤੋਂ ਦੂਸਰੀ ਸਾਈਡ ਜਾ ਰਿਹਾ। ਸੋ ਉਹ ਰੋਡ ਖੋਲ੍ਹਣਾ ਬਹੁਤ ਜ਼ਰੂਰੀ ਆ। ਸੋ ਅਸੀਂ ਰਾਈਟ ਵੇ ਉਹਦੇ ਤੇ ਇਲੈਕਸ਼ਨ ਤੋਂ ਬਾਅਦ ਕੰਮ ਸਟਾਰਟ ਕਰਾਂਗੇ। ਇਹਦੇ ਜਿਹੜੀ ਵਾਈਡਨਿੰਗ ਰੋਡ ਵਾਈਡਨਿੰਗ ਆ 132 ਸਿੰਗਲ ਲੇਨ ਆ, 132 ਬਹੁਤ ਜ਼ਿਆਦਾ ਬਿਜ਼ੀ ਸਟਰੀਟ ਹੋ ਗਈ। ਉਹਦੇ ਜਿਹੜਾ ਡਬਲ ਲੇਨਿੰਗ ਦਾ ਜਿਹੜਾ ਕੰਮ ਆ ਉਹ ਰਾਈਟ ਵੇ ਸਟਾਰਟ ਹੋਣਾ ਚਾਹੀਦਾ। ਸੋ ਉਹਦਾ ਕੰਮ 128 ਦੇ ਬਹੁਤ ਸੈਗਮੈਂਟਸ ਹੈਗੇ ਨੇ ਜਿਹੜੇ ਹਜੇ ਵੀ ਸਿੰਗਲ ਨੇ, ਸੋ ਉਹਨਾਂ ਨੂੰ ਡਬਲ ਕਰਨਾ। ਉਸ ਤੋਂ ਬਾਅਦ ਇੱਕ 140th ਸਟਰੀਟ ਹੈ, ਉਹਦੇ ਸੈਗਮੈਂਟਸ ਥੋੜੇ ਮਿਸਿੰਗ ਨੇ, ਉਹਨਾਂ ਨੂੰ ਸੈਗਮੈਂਟਸ ਨੂੰ ਕਨੈਕਟ ਕਰਨਾ ਤਾਂ ਕਿ 140th ਤੇ ਜਿਹੜੀ ਟ੍ਰੈਫਿਕ ਹੈ ਇੱਕ ਸਾਈਡ ਤੋਂ ਦੂਸਰੀ ਸਾਈਡ। 156 ਤੇ ਸੈਗਮੈਂਟਸ ਮਿਸਿੰਗ ਨੇ। ਬਹੁਤ ਸਾਰੇ ਰੋਡਸ ਨੇ ਸਾਡੇ ਸਰੀ ਦੇ ਵਿੱਚ ਜਿਹੜੇ ਕਿਤੇ ਨਾ ਕਿਤੇ ਜਾ ਕੇ ਬੰਦ ਹੋ ਜਾਂਦੇ ਨੇ। ਇਸ ਕਰਕੇ ਟ੍ਰੈਫਿਕ ਦੀ ਪ੍ਰੋਬਲਮ ਬਹੁਤ ਜ਼ਿਆਦਾ ਵੱਧ ਜਾਂਦੀ ਆ। ਸੋ ਇਹ ਜੋ ਰੋਡ ਇੱਕ ਸਾਈਡ ਤੋਂ ਦੂਸਰੀ ਸਾਈਡ ਥਰੂ ਹੋਣ ਪ੍ਰੋਪਰ, ਚਾਹੇ 1 ਲੇਨ ਹੀ ਹੋਣ ਫॉर ਨਾਓ 84 ਤੋਂ, ਜਿੱਦਾਂ ਚਾਹੇ 72 ਵੀ ਆ, ਭਾਵੇਂ ਇੱਕ ਲੇਨ ਹੀ ਖੁੱਲੇ, ਉਹਦਾ ਜਿਹੜਾ ਟ੍ਰੈਫਿਕ 64 ਦਾ ਇਸ ਟਾਈਮ ਬਿਜ਼ੀ ਰਹਿੰਦਾ ਕਲੋਵਰਡੇਲ ਨੂੰ, ਉਹ ਜਦੋਂ 72 ਤੇ ਆ ਗਿਆ ਹਾਫ ਉਹ ਸਟਿਲ ਇੰਪਰੂਵ ਹੋ ਜਾਏਗਾ। ਪਰ ਫਿਊਚਰ ਦੇ ਵਿੱਚ ਜਾ ਕੇ ਡੈਫੀਨਿਟਲੀ ਉਹ ਵੀ ਡਬਲ ਲੇਨ ਕਰਨੇ ਪੈਣਗੇ। ਪਰ ਇਹ ਜਿਹੜੇ ਮਿਸਿੰਗ ਸੈਗਮੈਂਟਸ ਆ ਇਹ ਖੁੱਲਣ ਦੇ ਨਾਲ ਟ੍ਰੈਫਿਕ ਦਾ ਫਲੋ ਜਿਹੜਾ ਉਹ ਈਜ਼ੀ ਹੋ ਜਾਏਗਾ। ਬਿਲਕੁਲ ਜੀ, ਇਹ ਬੜੀਆਂ ਵੱਡੀਆਂ ਸਮੱਸਿਆ ਹੈਗੀਆਂ ਨੇ ਲੋਕਾਂ ਦੀਆਂ, ਤੇ ਸਭ ਤੋਂ ਵੱਡੀ ਸਮੱਸਿਆ ਸੁਰੱਖਿਆ। ਅਸੀਂ ਜਦੋਂ ਗੱਲ ਕਰਦੇ ਹਾਂ ਸਿਕਿਉਰਿਟੀ ਦੀ, ਤਾਂ ਸਭ ਤੋਂ ਵੱਡੀ ਚਿੰਤਾ ਦਾ ਵਿਸ਼ਾ ਸਾਡੀ ਸਰੀ ਦੇ ਵਿੱਚ ਲੋਕਾਂ ਦੀ ਹੀ ਮੰਗ ਸੀ ਪਹਿਲਾਂ ਕਿ ਸਰੀ ਦੇ ਵਿੱਚ RCMP ਹਟਾ ਕੇ ਸਰੀ ਦੀ ਪੁਲਿਸ ਲੈ ਕੇ ਆਂਦੀ ਜਾਵੇ। ਉਹਦੇ ਉੱਤੇ ਕੰਮ ਚੱਲ ਰਿਹਾ। ਅਜੇ ਹੁਣ ਤੁਸੀਂ ਦੱਸ ਕੇ ਹਟੇ ਆ ਕਿ 200 ਪੁਲਿਸ ਆਫੀਸਰ ਕੰਮ ਕਰ ਰਹੇ ਨੇ ਤੇ ਆਉਂਦੇ ਸਮੇਂ ਦੇ ਵਿੱਚ 350 ਦੇ ਨੇੜੇ ਤੇੜੇ ਹੋ ਜਾਣਗੇ। ਪਰ ਜਦੋਂ ਹੁਣ ਇਹਦੇ ਵਿੱਚ ਬਹੁਤ ਸਾਰੇ ਲੋਕ ਅਜਿਹੇ ਵੀ ਨਹੀਂ ਜਿਹੜੇ ਅਜੇ ਵੀ ਕੀਪ ਦਾ RCMP ਕਹਿੰਦੇ ਨੇ ਕਿ RCMP ਨੂੰ ਜਿਹੜਾ ਰੱਖਿਆ ਜਾਵੇ। ਹੁਣ ਇਸ ਨੂੰ ਲੈ ਕੇ ਜਿਹੜੇ ਦੂਜੇ ਕੈਂਡੀਡੇਟ ਨੇ, ਮੇਅਰ ਕੈਂਡੀਡੇਟ ਨੇ, ਉਹ ਹਰ ਰੋਜ਼ ਇਹ ਕਹਿ ਰਹੇ ਨੇ ਕਿ ਅਸੀਂ ਰੋਕ ਦਵਾਂਗੇ, ਜਾਂ ਕਹਿੰਦੇ ਅਸੀਂ ਇੱਥੇ ਪੈਸਾ ਨਹੀਂ ਲੱਗਣ ਦੇਣਾ, ਪੈਸਾ ਬਹੁਤ ਜ਼ਿਆਦਾ ਵੇਸਟ ਹੋਊਗਾ ਸਰੀ ਦੇ ਲੋਕਾਂ ਦਾ। ਕੋਈ ਕਹਿ ਰਿਹਾ ਕਿ ਅਸੀਂ ਦੁਬਾਰਾ ਦੇਖਾਂਗੇ ਕਿ ਕਿੰਨੇ ਪੈਸੇ ਲੱਗਣੇ ਨੇ। ਸੋ ਹਰ ਕੋਈ ਆਪਣਾ ਪੁਆਇੰਟ ਸਾਹਮਣੇ ਰੱਖਣ ਦੀ ਕੋਸ਼ਿਸ਼ ਕਰ ਰਿਹਾ। ਤੁਹਾਨੂੰ ਕੀ ਲੱਗਦਾ ਕਿ ਸਰੀ ਦੇ ਵਿੱਚ ਹੁਣ ਇਹ ਮੁੱਦਾ ਜਿਹੜਾ ਇਹ ਸਭ ਤੋਂ ਜ਼ਿਆਦਾ ਵੱਡਾ
ਮੁੱਦਾ ਬਣ ਕੇ ਆ ਰਿਹਾ ਕਿ ਹਜੇ ਸਰੀ ਪੁਲਿਸ ਆਲਰੇਡੀ ਤੁਸੀਂ ਕਿਹਾ ਕਿ ਆਲਰੇਡੀ ਫੋਰਮ ਦੇ ਵਿੱਚ ਆ ਰਹੀ ਹੈਗੀ ਹੈ, ਆਲਰੇਡੀ ਜਿਹੜਾ ਆਪਣੀ ਟ੍ਰਾਂਜੀਸ਼ਨ ਹੋ ਰਹੀ ਹੈਗੀ ਹੈ, ਪ੍ਰੋਵਿੰਸ ਦੇ ਵੱਲੋਂ ਵੀ ਜਿਹੜਾ ਕਹਿ ਦਿੱਤਾ ਗਿਆ ਕਿ ਹਾਂ ਟ੍ਰਾਂਜੀਸ਼ਨ ਹੋਊਗੀ। ਹੁਣ ਇਸ ਸਟੇਜ ਤੇ ਆ ਕੇ ਟ੍ਰਾਂਜੀਸ਼ਨ ਨੂੰ ਰੋਕਣਾ ਕਿੰਨਾ ਕੁ ਮੁਸ਼ਕਿਲ ਹੋ ਸਕਦਾ ਜਾਂ ਫਿਰ ਕਿੰਨੀਆਂ ਕਠਿਨਾਈਆਂ ਲੋਕਾਂ ਨੂੰ ਆ ਸਕਦੀਆਂ ਨੇ ਜੇ ਰੋਕੀ ਜਾਂਦੀ ਆ ਆਉਣ ਵਾਲੇ ਸਮੇਂ ਇਹਨੂੰ ਰੋਕਿਆ ਨਹੀਂ ਜਾ ਸਕਦਾ, ਬਿਲਕੁਲ ਵੀ ਨਹੀਂ। ਇਹ ਸਰੀ ਪੁਲਿਸ ਆਲਰੇਡੀ ਬਣ ਗਈ ਆ। ਸਰੀ ਪੁਲਿਸ ਦੇ ਆਪਣੇ 300 ਆਫੀਸਰ ਨੇ। ਇਹ ਵੈਨਕੂਵਰ ਤੋਂ ਬਾਅਦ BC ਦਾ ਦੂਜੀ ਵੱਡਾ ਪੁਲਿਸ ਡਿਪਾਰਟਮੈਂਟ ਆਲਰੇਡੀ ਬਣ ਗਿਆ ਹੈ। 300 ਪੁਲਿਸ ਆਫੀਸਰ ਹਾਇਰ ਹੋ ਚੁੱਕਿਆ, 200 ਪੈਟਰੋਲਿੰਗ ਕਰ ਰਿਹਾ, ਕਾਰਸ ਦੀ ਵੇਟ ਹੋ ਰਹੀ ਹੈ, ਜਲਦੀ ਕਾਰਸ ਆ ਜਾਣਗੀਆਂ ਆਪਣੀ ਸਰੀ ਪੁਲਿਸ ਦੀਆਂ, ਤੇ ਰੋਕਿਆ ਬਿਲਕੁਲ ਨਹੀਂ ਜਾ ਸਕਦਾ। ਕੀ ਹੋਏਗਾ ਕਿ ਜੇ ਮੇਅਰ ਮੈਕੈਲਮ ਸਾਡੀ ਸਲੇਟ ਨਹੀਂ ਆਉਂਦੀ ਜੀ, ਹਾਂ, ਇਹਨੂੰ ਡਿਲੇ ਕਰਨ ਦੀ ਟਰਾਈ ਕੀਤੀ ਜਾਏਗੀ। ਇਹਨੂੰ ਜਿਹੜੀ ਫੰਡਿੰਗ ਰਿਕੁਆਇਰਡ ਹੁੰਦੀ ਆ ਉਹ ਕਾਉਂਸਲ ਅਪਰੂਵ ਕਰਦੀ ਆ ਬਜਟ ਉਹਦਾ ਆਪਰੇਸ਼ਨਲ ਜਿਹੜਾ, ਕਿਉਂਕਿ RCMP ਨੂੰ ਵੀ ਕਾਉਂਸਲ ਅਪਰੂਵ ਕਰਦੀ ਆ। ਸਿਮਿਲਰ ਬਜਟ ਸਰੀ ਪੁਲਿਸ ਦਾ ਕਾਉਂਸਲ ਅਪਰੂਵ ਕਰੇਗੀ। ਉਹ ਮੇਬੀ ਉਹ ਸ਼ਾਇਦ ਉਹਨਾਂ ਨੂੰ ਉਹ ਰਿਕੁਆਇਰਡ ਫੰਡਿੰਗ ਨਾ ਦਿੱਤੀ ਜਾਵੇ, ਕਿਉਂਕਿ $65 ਮਿਲੀਅਨ ਦੀ ਟੋਟਲ ਕਾਸਟ ਸੀ ਟ੍ਰਾਂਜੈਕਸ਼ਨ ਦੀ, ਓਨਲੀ 65 ਮਿਲੀਅਨ। ਉਹ ਮੈਂ ਇਸ ਕਰਕੇ ਕਹਿ ਰਿਹਾ ਕਿਉਂਕਿ ਬਾਹਰ ਕਹਿ ਰਹੇ ਨੇ ਕਿ 500 ਮਿਲੀਅਨ ਤੱਕ ਕਾਸਟ ਆ ਜਾਏਗੀ। ਉਹ ਕਾਉਂਸਲਰਸ ਕਹਿ ਰਹੇ ਨੇ ਜਿਨ੍ਹਾਂ ਨੇ ਆਪ ਵਿੱਚ ਬੈਠ ਕੇ ਸਾਰੀਆਂ ਰਿਪੋਰਟਸ ਪੜ੍ਹੀਆਂ ਤੇ ਵਿੱਚੋਂ ਕੁਝ ਰਿਪੋਰਟਸ ਅਪਰੂਵ ਵੀ ਕੀਤੀਆਂ ਆਪ ਸਟਾਰਟਿੰਗ ਦੇ ਵਿੱਚ, ਬਾਅਦ ਵਿੱਚ ਉਹ ਦੂਸਰੀ ਸਾਈਡ ਤੇ ਚਲੇ ਗਏ। ਉਹ ਕਹਿ ਰਹੇ ਨੇ ਕਿ 500 ਮਿਲੀਅਨ, ਇਹਦੀ 65 ਮਿਲੀਅਨ 4 ਸਾਲਾਂ ਦੇ ਵਿੱਚ ਕਾਸਟ ਆਏਗੀ। ਹਰੇਕ ਸਾਲ ਦਾ ਬਜਟ ਆਲਰੇਡੀ $20 some million ਆਲਰੇਡੀ ਬਜਟ ਦੇ ਵਿੱਚ ਹੈਗੇ ਨੇ ਹਰੇਕ ਸਾਲ। ਸੋ ਹੋ ਸਕਦਾ ਕਿ ਇਹਨੂੰ ਸਲੋ ਡਾਊਨ ਕਰਨ ਦੀ ਟਰਾਈ ਕੀਤੀ ਜਾਵੇ, ਬਟ ਪੁਲਿਸ ਡਿਪਾਰਟਮੈਂਟ ਜਿਹੜਾ ਆਲਰੇਡੀ ਐਸਟੈਬਲਿਸ਼ਡ ਆ, 2023 ਦੇ ਵਿੱਚ ਜਿਹੜੀ ਫੁੱਲ ਫੋਰਸ ਸਰੀ ਪੁਲਿਸ ਜਿਹੜੀ ਆਫੀਸ਼ੀਅਲ ਪੁਲਿਸਿੰਗ ਬਾਡੀ ਬਣ ਜਾਏਗੀ ਸਰੀ ਦੀ, ਤੇ ਸਰੀ ਟੇਕ ਓਵਰ ਕਰ ਲਏਗੀ ਪ੍ਰੋਪਰ RCMP ਤੋਂ। ਸੋ ਇਹ ਠੀਕ ਪ੍ਰੋਸੈਸ ਚੱਲ ਰਿਹਾ, ਬਹੁਤ ਸਮੂਥ ਪ੍ਰੋਸੈਸ ਚੱਲ ਰਿਹਾ ਇਸ ਲਈ, ਪਰ ਬਹੁਤ ਜ਼ਰੂਰੀ ਹੈ ਮੇਅਰ ਡਗ ਮੈਕੈਲਮ ਬੈਕ ਸਿਟੀ ਦੇ ਮੇਅਰ ਆਉਣ, ਤਾਂ ਕਿ ਜਿਹੜਾ ਇਹ ਸਮੂਥ ਪ੍ਰੋਸੈਸ ਚੱਲ ਰਿਹਾ ਜਿਵੇਂ ਉਵੇਂ ਇਹ ਚੱਲ ਕੇ ਪੂਰਾ ਕੰਪਲੀਟ ਹੋ ਜਾਏ। ਕਿਉਂਕਿ ਬਹੁਤੇ ਲੋਕਾਂ ਦਾ ਇਹ ਮੁੱਦਾ ਨਹੀਂ ਕਿ RCMP ਹੈ ਕਿ ਸਰੀ ਪੁਲਿਸ ਆ, ਉਹਨਾਂ ਨੂੰ ਤਾਂ ਸੇਫਟੀ ਤੇ ਸਿਕਿਉਰਿਟੀ ਤੱਕ ਮਤਲਬ ਆ ਕਿ ਅਸੀਂ ਆਪਣੀਆਂ ਸਟਰੀਟਸ ਤੇ ਸੇਫ ਹੋਈਏ, ਸਾਡੇ ਨੌਜਵਾਨ ਸੇਫ ਹੋਣ, ਪਰ ਇਹ ਚੀਜ਼ ਜਿਹੜੀ ਆ ਉਹ ਸੇਫਟੀ ਤੇ ਉੱਤੇ ਆ ਕੇ ਖੜੀ ਹੋ ਸਾਡਾ ਮਕਸਦ ਇਹਨੂੰ, ਸਾਡਾ ਮੋਟਿਵ ਇਹਦਾ ਨਾਮ ਚੇਂਜ ਕਰਨਾ ਨਹੀਂ ਸੀਗਾ, ਯੂਨੀਫਾਰਮ ਚੇਂਜ ਕਰਨਾ ਨਹੀਂ ਸੀਗਾ, ਆਫੀਸਰਸ ਚੇਂਜ ਕਰਨਾ ਨਹੀਂ ਸੀਗਾ। ਆਫੀਸਰਸ ਸੇਮ RCMP ਦੇ ਸਰੀ ਪੁਲਿਸ ਦੇ ਵਿੱਚ ਆ ਰਹੇ ਨੇ, ਆ ਵੀ ਸਕਦੇ ਨੇ ਜਿਹੜਾ ਆਉਣਾ ਚਾਹੁੰਦੇ ਨੇ, ਤੇ ਬਹੁਤ ਆ ਵੀ ਰਹੇ ਨੇ। ਇਹਦਾ ਗਵਰਨੈਂਸ ਮਾਡਲ ਚੇਂਜ ਕਰਨਾ ਸੀ। ਜਿਵੇਂ ਪੁਲਿਸ RCMP ਦੀ ਇੱਕ ਕੰਟਰੈਕਟਿੰਗ ਪੁਲਿਸ ਹੈ, ਇਹ ਫੈਡਰਲ ਬਾਡੀ ਦੀ ਪੁਲਿਸ ਆ। ਅਸੀਂ ਸਰੀ ਦੇ ਵਿੱਚ ਉਹਨਾਂ ਨੇ ਸਰੀ ਦਾ ਕੰਟਰੈਕਟ ਮਿਲਿਆ ਹੋਇਆ ਉਹਨਾਂ ਨੂੰ ਪੁਲਿਸਿੰਗ ਕਰਨ ਦਾ। ਜਿਵੇਂ ਕਿਸੇ ਲਾ ਲਓ ਕਿ ਆਪਾਂ ਸਿਕਿਉਰਿਟੀ ਕੰਪਨੀ ਹੈ, ਕੋਈ ਇਵੈਂਟ ਹੋ ਰਿਹਾ, ਆਪਾਂ ਜਿਵੇਂ ਇੱਕ ਸਿਕਿਉਰਿਟੀ ਕੰਪਨੀ ਹਾਇਰ ਕਰ ਲੈਂਦੇ ਹਾਂ, ਇਵੇਂ RCMP ਨੇ ਕੰਟਰੈਕਟ ਇੱਕ ਮਿਲਿਆ ਹੋਇਆ ਸਰੀ ਦਾ। ਸਭ ਤੋਂ ਵੱਡਾ ਉਹਨਾਂ ਦਾ ਕੰਟਰੈਕਟ RCMP ਦਾ ਸਿਟੀ ਆਫ ਸਰੀ ਆ। ਸਿਟੀ ਆਫ ਸਰੀ ਇੱਕੋ ਇੱਕ ਲਾਸਟ ਸਿਟੀ ਆ ਜਿਹਦੇ ਕੋਲ ਆਪਣੀ ਪੁਲਿਸ ਹਜੇ ਤੱਕ ਬਣਾਈ ਨਹੀਂ ਗਈ, ਇੱਕੋ ਇੱਕ ਸਿਟੀ ਕੈਨੇਡਾ ਦੀ, ਇਸ ਵੱਡੀ ਸਿਟੀ ਹੈ। ਛੋਟੀਆਂ ਸਿਟੀਆਂ ਤੇ RCMP ਡਿਜ਼ਾਈਨ ਕੀਤੀ ਸੀ ਕਿ ਛੋਟੀਆਂ ਸਿਟੀਜ਼ ਜਿੱਥੇ ਉਹਨਾਂ ਦਾ ਬਜਟ ਅਲਾਓ ਨਹੀਂ ਕਰਦਾ, ਉੱਥੇ ਉਹ RCMP ਦੇ ਕਿਸੇ ਸਿਟੀ ਦੇ ਵਿੱਚ 10 ਮੈਂਬਰਸ ਚਾਹੀਦੇ ਹੁੰਦੇ ਨੇ, ਕਿਸੇ 'ਚ 5 ਹੀ ਚਾਹੀਦੇ ਹੁੰਦੇ ਨੇ। ਬਹੁਤ ਸਿਟੀਆਂ ਇੱਦਾਂ ਦੀਆਂ ਨਿੱਕੀਆਂ ਸਿਟੀਜ਼ ਹੈਗੀਆਂ, ਉੱਥੇ ਫਿਰ ਫੈਡਰਲ ਗਵਰਨਮੈਂਟ RCMP ਨੂੰ ਭੇਜ ਦਿੰਦੀ ਕਿ ਤੁਸੀਂ ਆਹ ਸਿਟੀ ਦੇ ਨਾਲ ਕੰਟਰੈਕਟ ਕਰਕੇ ਤੁਸੀਂ ਪੁਲਿਸਿੰਗ ਕਰਦੇ ਹੋ ਉਹਨਾਂ ਦੀ, ਰਾਈਟ, ਰੈਦਰ ਦੈਨ ਉਹ ਆਪਣੀ ਪੁਲਿਸ ਫੋਰਸ, ਉਹਨਾਂ ਦੇ ਕੋਲ ਰਿਸੋਰਸਿਸ ਨਹੀਂ ਹੁੰਦੇ। ਫਿਰ RCMP ਜਿਹੜੇ ਆਪਣੇ ਰਿਸੋਰਸਿਸ ਆ, ਚਾਹੇ ਉਹ ਫੋਰੈਂਸਿਕ ਡਿਪਾਰਟਮੈਂਟ ਹੋਰ, ਉਹ ਸ਼ੇਅਰ ਕਰ ਲੈਂਦੇ ਆਪਣੇ, ਕਿਉਂਕਿ ਉਹ ਫੈਡਰਲ ਪੁਲਿਸਿੰਗ ਆ, ਉਹਨਾਂ ਦੇ ਕੋਲ ਹੋਰ ਬਹੁਤ ਕੰਟਰੈਕਟਸ ਨੇ, ਫੈਡਰਲ ਦੇ ਹੈਗੇ ਨੇ ਜਾਂ ਹੋਰ ਏਅਰਪੋਰਟਸ ਤੇ ਐਂਡ ਸੋ ਫੋਰਥ, ਬਹੁਤ ਕਾਫੀ ਹੋਰ ਚੀਜ਼ਾਂ ਦੇ ਵਿੱਚ ਐਕਸਪਰਟਸ ਨੇ। ਸੋ ਆਪਣੇ ਰਿਸੋਰਸਿਸ ਸ਼ੇਅਰ ਕਰ ਲੈਂਦੇ। ਪਰ ਸਿਟੀ ਆਫ ਸਰੀ ਹੁਣ ਇੱਕ ਵੱਡੀ ਸਿਟੀ ਬਣ ਗਈ ਆ। ਅਸੀਂ ਕੰਟਰੈਕਟ ਤੇ ਪੁਲਿਸ ਨਹੀਂ ਰੱਖ ਸਕਦੇ, ਸਾਨੂੰ ਪੁਲਿਸ ਆਪਣੀ ਬਣਾਉਣੀ ਪਏਗੀ। ਸੋ ਉਹਦੇ ਨਾਲ ਕੀ ਹੋਏਗਾ, ਡਿਸੀਜਨ ਸਾਡੇ ਇੱਥੇ ਬਣਨਗੇ। ਸਾਡਾ ਪੁਲਿਸ ਬੋਰਡ ਜਿਹੜਾ ਆ, ਆਮ ਮੈਂਬਰਸ ਦਾ ਬੋਰਡ ਆ, ਉਹਦੇ ਵਿੱਚ 8 ਪੁਲਿਸ ਬੋਰਡ ਦੇ ਮੈਂਬਰ ਨੇ, ਤੇ ਚੇਅਰ ਜਿਹੜੇ ਵੀ ਸਿਟੀ ਦੇ ਮੇਅਰ ਬਣਦੇ ਨੇ ਉਹ ਉਹਨੂੰ ਚੇਅਰ ਕਰਦੇ ਨੇ ਪੁਲਿਸ ਬੋਰਡ ਨੂੰ। ਉਹ ਬੋਰਡ ਆਮ ਲੋਕਾਂ ਦਾ ਬੋਰਡ ਆ। ਆਮ ਲੋਕ ਪਿਕ ਕੀਤੇ ਜਾਂਦੇ ਨੇ, ਉਹਨਾਂ ਦੇ ਡਿਫਰੈਂਟ ਬੈਕਗਰਾਊਂਡਸ ਤੋਂ, ਡਿਫਰੈਂਟ ਜਿਹੜੀਆਂ ਲੈਂਗੁਏਜ ਬੋਲਦੇ ਨੇ, ਡਿਫਰੈਂਟ ਕਮਿਊਨਿਟੀਜ਼ ਤੋਂ ਆਮ ਲੋਕ ਪਿਕ ਕੀਤੇ ਜਾਂਦੇ ਨੇ, ਤੇ ਫਿਰ ਉਹ ਲੋਕ ਪੁਲਿਸ ਦਾ ਚੀਫ ਹਾਇਰ ਕਰਦੇ ਨੇ। ਸੋ ਚੀਫ ਐਵਰੀ ਮੰਥ ਉਹ ਪੁਲਿਸ ਬੋਰਡ ਨੂੰ ਰਿਪੋਰਟ ਕਰਦਾ। ਜੇ ਪੁਲਿਸ ਚੀਫ ਜਿਹੜਾ ਨਹੀਂ ਪ੍ਰੋਪਰਲੀ ਪਰਫਾਰਮ ਕਰ ਰਿਹਾ, ਰਿਜ਼ਲਟਸ ਵਧੀਆ ਨਹੀਂ ਦੇ ਰਿਹਾ, ਕ੍ਰਾਈਮ ਦੇ ਵਿੱਚ ਕੁਝ ਉੱਪਰ ਥੱਲੇ ਹੋ ਰਿਹਾ, ਪਰ ਉਹ ਚੀਫ ਕੋਲ ਆਨਸਰ ਨਹੀਂ ਆ, ਉਹ ਪੁਲਿਸ ਬੋਰਡ ਜਿਹੜਾ ਆਮ ਲੋਕਾਂ ਦਾ ਬੋਰਡ ਹੈ, ਉਹ ਪੁਲਿਸ ਚੀਫ ਨੂੰ ਫਾਇਰ ਕਰ ਸਕਦੇ ਨੇ ਕਿ ਤੁਹਾਡਾ ਜਿਹੜਾ ਐਕਸ਼ਨਸ ਆ ਉਹ ਕੰਮ ਨਹੀਂ ਕਰ ਰਹੇ, ਤੁਹਾਡਾ ਜਿਹੜਾ ਪਰਫਾਰਮੈਂਸ ਆ ਉਹ ਠੀਕ ਨਹੀਂ ਆ,
ਰਿਜ਼ਲਟਸ ਵਧੀਆ ਨਹੀਂ ਆ ਰਹੇ, ਨਵਾਂ ਚੀਫ ਲੈ ਕੇ ਆ ਸਕਦੇ ਨੇ। ਸੋ ਇੰਨੀ ਪਾਵਰ ਆ ਆਮ ਲੋਕਾਂ ਦੇ ਪੁਲਿਸ ਦੇ ਵਿੱਚ, ਆਮ ਲੋਕਾਂ ਦੀ, ਉਸ ਬੋਰਡ ਦੀ, ਉਹ ਆਮ ਲੋਕਾਂ ਚੋਂ, ਪਬਲਿਕ ਚੋਂ ਪਿਕ ਕੀਤੇ ਹੋਏ ਇੰਡੀਵਿਜੂਅਲਸ ਨੇ। ਸੋ ਗਵਰਨੈਂਸ ਮਾਡਲ ਚੇਂਜ ਕਰਨ ਦੀ ਗੱਲ ਸੀਗੀ। ਅਸੀਂ ਆਫਿਸਰਸ ਦੇ ਅਗੇਂਸਟ ਨਹੀਂ ਸੀ, ਅਸੀਂ ਯੂਨੀਫਾਰਮ ਦੇ ਅਗੇਂਸਟ ਨਹੀਂ ਸੀ, ਅਸੀਂ ਈਵਨ RCMP ਦੇ ਅਗੇਂਸਟ ਵੀ ਨਹੀਂ ਆ। ਉਹ ਆਪਣਾ ਕੰਮ ਫੈਡਰਲ ਲੈਵਲ ਤੇ ਬਹੁਤ ਵਧੀਆ ਕਰਦੇ ਨੇ, ਬਹੁਤ ਇੱਦਾਂ ਦੀਆਂ ਚੀਜ਼ਾਂ ਨੇ ਜਿੱਥੇ RCMP ਬਹੁਤ ਚੰਗਾ ਕੰਮ ਕਰ ਰਹੀ ਆ, ਪਰ ਐਟ ਦ ਸੇਮ ਟਾਈਮ ਸਿਟੀ ਦੇ ਵਿੱਚ ਨਹੀਂ। ਸਿਟੀ ਦੇ ਵਿੱਚ, ਕਿਉਂਕਿ ਸਿਟੀ ਦੇ ਵਿੱਚ ਕਮਿਊਨਿਟੀ ਬਿਲਡ ਕਰਨੀ ਬਹੁਤ ਜ਼ਰੂਰੀ ਆ। ਅਸੀਂ ਚਾਹੁੰਦੇ ਕਿ ਆਫਿਸਰ ਜਿਹੜੇ ਇੱਥੇ ਪੁਲਿਸਿੰਗ ਕਰ ਰਹੇ ਨੇ ਉਹ ਇੱਥੇ ਰਹਿਣ, ਉਹਨਾਂ ਦੇ ਬੱਚੇ ਇੱਥੇ ਪੜ੍ਹਨ। ਹੁਣ ਕੀ ਹੋ ਰਿਹਾ, ਕੋਈ ਯੰਗ ਪੁਲਿਸ ਆਫਿਸਰ ਹਾਇਰ ਹੋ ਰਿਹਾ RCMP ਦੇ ਵਿੱਚ, ਉਹ ਸਰੀ, ਕਿਉਂਕਿ ਸਭ ਤੋਂ ਵੱਡਾ ਕੰਟਰੈਕਟ ਆ, ਸਭ ਤੋਂ ਜ਼ਿਆਦਾ ਐਕਸਪੀਰੀਅੰਸ ਗੇਨ ਉਹਨਾਂ ਦਾ ਸਰੀ 'ਚ ਹੋਣਾ। ਐਵਰੇਜ ਆਫਿਸਰ 10-15 ਕਾਲਾਂ ਅਟੈਂਡ ਕਰ ਰਿਹਾ ਪਰ ਡੇ ਦੀਆਂ। ਸੋ ਬਹੁਤ ਜ਼ਿਆਦਾ ਐਕਸਪੀਰੀਅੰਸ ਹੋਣਾ। ਹੋਰ ਜੇ ਕਿਸੇ ਮਿਊਨਿਸਪੈਲਿਟੀ ਜਾਊਗਾ ਸ਼ਾਇਦ 1 ਜਾਂ 2 ਕਾਲਸ ਹੀ ਹੋਣ, ਪਰ ਫਿਰ ਉੱਥੋਂ ਟ੍ਰੇਨਿੰਗ ਦੇ ਕੇ ਉਹ ਹੋਰ ਮਿਊਨਿਸਪੈਲਿਟੀ ਭੇਜ ਦਿੰਦੇ। ਹੁਣ ਉਹ ਆਫਿਸਰ ਵਾਇਲ 3-4 ਸਾਲ ਜਿਹੜਾ ਇੱਥੇ ਰਹਿਣਾ, ਉਹ ਇੱਕ ਛੋਟਾ ਕੋਈ ਸਰੀ ਸਿਟੀ ਸੈਂਟਰ ਜਾਂ ਹੋਰ ਕਿਤੇ ਕੋਈ ਕੌਂਡੋ ਲੈ ਕੇ ਰੈਂਟ ਕਰਕੇ ਉੱਥੇ ਰਹਿੰਦੇ ਨੇ। ਉਹਨਾਂ ਦੇ ਬੱਚੇ ਇੱਥੇ ਸਕੂਲ ਨਹੀਂ ਜਾ ਰਹੇ। ਉਹ ਆਪਣੀ, ਉਹਨਾਂ ਨੂੰ ਪਤਾ ਕਿ 3-4 ਸਾਲ ਬਾਅਦ ਜਦੋਂ ਵੀ ਉਹਨਾਂ ਦਾ ਟਾਈਮ ਟ੍ਰੇਨਿੰਗ ਓਵਰ ਹੋ ਗਈ, ਉਹਨਾਂ ਨੇ ਮੂਵ ਕਰ ਜਾਣਾ ਆਪਣੀ ਹੋਮ ਟਾਊਨ ਜਾਂ ਉਹਦੇ ਲਾਗੇ ਕਿਤੇ। ਸੋ ਉਹ ਇਨਵੈਸਟ ਨਹੀਂ ਕਰ ਰਹੇ ਕਮਿਊਨਿਟੀਜ਼ ਦੇ ਵਿੱਚ। ਅਸੀਂ ਚਾਹੁੰਦੇ ਹਾਂ ਕਿ ਜਿਹੜਾ ਆਫਿਸਰ ਹੈ ਉਹਦੇ ਬੱਚੇ ਵੀ ਇਸ ਸਕੂਲਸ ਦੇ ਵਿੱਚ ਜਾਂਦੇ ਹੋਣ। ਉਹ ਇੱਥੇ ਹੀ ਜਦੋਂ ਹਾਇਰ ਹੋਇਆ, ਉਹਨਾਂ ਨੂੰ ਪਤਾ ਕਿ ਪੂਰੀ ਰਿਟਾਇਰਮੈਂਟ ਤੱਕ ਉਹਨਾਂ ਨੇ ਇੱਥੇ ਰਹਿਣਾ। ਉਹਨਾਂ ਦੇ ਬੱਚੇ ਸਾਡੇ ਬੱਚਿਆਂ ਦੇ ਨਾਲ ਸਪੋਰਟਸ ਦੇ ਵਿੱਚ ਹੋਣ, ਉਹਨਾਂ ਦੇ ਬੱਚੇ ਉਹ ਸਾਡੇ ਨਾਲ, ਅਸੀਂ ਉਹਨਾਂ ਨੂੰ ਦੇਖ ਸਕੀਏ ਸਾਡੇ ਗਰੋਸਰੀ ਸਟੋਰਾਂ 'ਤੇ, ਬਾਹਰ ਕਮਿਊਨਿਟੀ ਦੇ ਵਿੱਚ, ਉੱਦਾਂ, ਤਾਂ ਕਿ ਅਸੀਂ ਉਹਨਾਂ ਦੇ ਨਾਲ ਗੱਲ ਕਰ ਸਕੀਏ, ਐਕਸੈਸਿਬਲ ਹੋਣ ਆਫਿਸਰਸ। ਸੋ ਇਹ ਅਸੀਂ ਮਾਡਲ ਚੇਂਜ ਕਰਨ ਦੀ ਟਰਾਈ ਕਰ ਰਹੇ ਹਾਂ ਜੀ। ਬਿਲਕੁਲ ਨਾਗਰ ਸਾਹਿਬ, ਜਿਵੇਂ ਕੱਲ ਇੱਕ ਅਨਾਉਂਸਮੈਂਟ ਆਈ ਹੈ ਕਿ ਸਰੀ ਦੇ ਵਿੱਚ ਟੈਕਸ ਫਰੀਜ਼ ਕਰ ਦਿੱਤਾ ਜਾਊਗਾ। ਹੁਣ ਇਸ ਨੂੰ ਮਿਸਲੀਡਿੰਗ ਕਿਹਾ ਜਾ ਰਿਹਾ, ਇਸ ਨੂੰ ਕਿਹਾ ਜਾ ਰਿਹਾ ਕਿ ਜੇ ਟੈਕਸ ਫਰੀਜ਼ ਹੁੰਦਾ ਤਾਂ ਬਾਕੀ ਪ੍ਰੋਜੈਕਟਸ ਦੇ ਲਈ ਪੈਸੇ ਕਿੱਥੋਂ ਆਉਣਗੇ, ਕੀ ਕਹੋਗੇ? ਨਹੀਂ, ਦੇਖੋ, ਪਹਿਲੇ ਤਾਂ ਅੰਡਰਸਟੈਂਡ ਕਰਨਾ ਪਏਗਾ ਕਿ ਟੈਕਸਿਸ ਵਰਕ ਕਿਵੇਂ ਕਰਦੇ ਨੇ ਸਿਟੀ ਦੇ, ਰਾਈਟ। ਮੈਂ ਵੀ ਸਟੇਟਮੈਂਟ ਸੁਣੀਆਂ ਨੇ ਤੇ ਮੈਨੂੰ ਇੱਦਾਂ ਲੱਗਾ ਕਿ ਮਿਸਗਾਈਡ ਨਹੀਂ, ਅਸੀਂ ਨਹੀਂ ਕਰ ਰਹੇ, ਮਿਸਗਾਈਡ ਉਹ ਕਰ ਰਹੇ ਨੇ ਕਿ ਸ਼ਾਇਦ ਟੈਕਸ ਫਰੀਜ਼ ਕਰਕੇ ਟੈਕਸਿਸ ਕਿਵੇਂ ਕੰਮ ਕਰਦੇ ਨੇ। ਸਿਟੀ ਦਾ ਜੋ ਵੀ ਐਕਸਪੈਂਸਿਸ ਹੈਗਾ ਆ, ਫੋਰ ਐਗਜ਼ਾਮਪਲ, ਮੈਂ ਤੁਹਾਨੂੰ, ਆਪਣੇ ਕੋਲ ਜੇ ਟਾਈਮ ਹੈ ਤਾਂ ਮੈਂ ਥੋੜ੍ਹਾ ਜਿਹਾ ਡਿਟੇਲ 'ਚ। ਹਾਂਜੀ, ਸੋ ਫੋਰ ਐਗਜ਼ਾਮਪਲ ਲੈਟਸ ਸੇ ਕਿ $10,000 $10,000 ਸਿਟੀ ਦਾ ਸਾਲ ਦਾ ਖਰਚਾ ਹੈ, ਠੀਕ ਹੈ ਜੀ। ਉਸ ਤੋਂ ਬਾਅਦ ਫਿਰ ਸਿਟੀ ਦੇ ਰੈਵਨਿਊਸ ਹੁੰਦੇ ਨੇ ਬਹੁਤ ਜ਼ਿਆਦਾ। ਸਿਟੀ ਦੇ ਵਿੱਚ ਰੈਕ ਸੈਂਟਰਸ ਤੋਂ ਲੈ ਕੇ ਆਪਣੇ ਜਿਵੇਂ ਰੈਕ ਸੈਂਟਰਸ ਤੋਂ ਲੈ ਕੇ ਆਪਣੇ ਪਰਮਿਟਸ ਤੋਂ ਲੈ ਕੇ ਬਿਲਡਿੰਗ ਪਰਮਿਟਸ, DCC, ਹੋਰ ਸਾਰਾ ਸੋਰਸਿਸ ਤੋਂ ਰੈਵਨਿਊਸ ਹੁੰਦੇ ਨੇ। ਸਿਟੀ ਆਪਣੇ ਰੈਵਨਿਊਸ ਕ੍ਰੀਏਟ ਕਰਦੀ ਹੈ। ਲੈਟਸ ਸੇ 60 ਸਿਟੀ ਨੇ ਕਰ ਲਿਆ ਕਿ ਆਊਟ ਆਫ that 10,000 ਐਕਸਪੈਂਸ ਜਿਹੜਾ ਸਾਨੂੰ ਅਗਲੇ ਸਾਲ ਪੂਰੇ ਸਿਟੀ ਨੂੰ ਚਲਾਉਣ ਲਈ ਚਾਹੀਦਾ, ਉਹਦੇ ਵਿੱਚ ਰੋਡ ਇੰਪਰੂਵਮੈਂਟਸ, ਗਾਰਬੇਜ, ਸਕੂਲਸ, ਪੁਲਿਸ, ਆਲ ਆਫ ਦੈਟ, ਉਹ ਐਕਸਪੈਂਸਿਸ ਦੇ ਵਿੱਚੋਂ ਸਾਨੂੰ 6,000 ਜਿਹੜੇ ਆ ਸਾਨੂੰ ਰੈਵਨਿਊਸ ਕ੍ਰੀਏਟ ਹੋ ਗਏ ਨੇ। 4,000 ਜਿਹੜਾ ਬਾਕੀ ਆ, ਉਹਦੀ ਐਵਰੇਜ ਨੰਬਰ ਲੈ ਕੇ ਉਹ ਪ੍ਰੋਪਰਟੀ ਟੈਕਸਿਸ ਚੋਂ ਕਲੈਕਟ ਕੀਤਾ ਜਾਂਦਾ। ਅਸੀਂ ਲੀਗਲੀ ਬਾਈ ਲਾਅ ਅੰਡਰ ਪ੍ਰੋਵਿੰਸ਼ੀਅਲ ਰੈਗੂਲੇਸ਼ਨ 10,000 ਤੋਂ ਉੱਪਰ ਇੱਕ ਵੀ ਡਾਲਰ ਕਲੈਕਟ ਨਹੀਂ ਕਰ ਸਕਦੇ ਇਨ ਪ੍ਰੋਪਰਟੀ ਟੈਕਸਿਸ। ਪ੍ਰੋਪਰਟੀ ਟੈਕਸਿਸ ਉਨੇ ਹੀ ਕਲੈਕਟ ਕਰ ਸਕਦੇ ਜਿੰਨੇ ਰਿਕੁਆਇਰਡ ਨੇ, ਠੀਕ ਹੈ ਜੀ। ਹੁਣ ਕੀ ਕਰ ਰਹੇ ਕਿ 2.9, ਕਿਉਂਕਿ ਇਨਫਲੇਸ਼ਨ ਬਹੁਤ ਵੱਧ ਗਈ, ਆਮ ਲੋਕਾਂ ਤੇ ਬਹੁਤ ਜ਼ਿਆਦਾ ਆਲਰੇਡੀ ਬਹੁਤ ਭਾਰ ਪਿਆ ਹੋਇਆ, ਕਿਉਂਕਿ ਮੌਰਗੇਜ ਰੇਟਸ ਬਹੁਤ ਵੱਧ ਗਏ ਨੇ। ਹੁਣ 2.9 ਤੇ ਅਸੀਂ ਇੱਕ ਲੈ ਲਿਆ ਕਿ ਜੇ 10,000 ਬਜਟ ਆ ਸਾਡਾ, ਐਕਸਪੈਂਸ ਆ, ਅਸੀਂ ਆਹ ਪੋਰਸ਼ਨ ਹੀ ਲਵਾਂਗੇ 2.9। ਸੋ ਅਸੀਂ ਕੈਲਕੂਲੇਟ ਕਰ ਸਕਦੇ ਕਿ ਪ੍ਰੋਪਰਟੀ ਟੈਕਸਿਸ ਚੋਂ ਇੰਨਾ ਲੈਣਾ। ਹੁਣ ਇੱਕ ਜਿਹੜੇ ਸਾਡਾ ਰੈਵਨਿਊਸ ਹੈਗਾ ਸਿਟੀ ਦੇ, ਉਹ ਇਨਕਰੀਜ਼ ਕਰਨ ਦੀ ਜ਼ਰੂਰਤ ਆ, ਉਹ ਆਲਰੇਡੀ ਕਰ ਰਹੇ ਆ। ਲਾਸਟ ਕਾਊਂਸਲ ਮੀਟਿੰਗ ਚੰਗੀ ਐਗਜ਼ਾਮਪਲ ਸੀਗੀ। ਬਾਰ-ਬਾਰ ਇਹ ਕਹਿ ਰਹੇ ਨੇ, ਹੁਣ ਦੇਖੋ ਮੈਂ ਉਸੇ ਆਪਾਂ ਪੁਆਇੰਟ ਤੇ ਆ ਗਿਆ, ਬਹੁਤ ਜ਼ਿਆਦਾ ਪ੍ਰੋਜੈਕਟ ਸੀਗੇ, 3,200 ਯੂਨਿਟਸ ਅਪਰੂਵ ਹੋਈਆਂ ਉਸ ਦਿਨ। ਟੈਕਸ ਬੇਸ ਵੱਧ ਗਿਆ ਨਾ, ਟੈਕਸ ਬੇਸ ਵੱਧ ਗਿਆ, ਜਿਹੜਾ ਰੈਵਨਿਊਸ ਆ ਉਹ ਜ਼ਿਆਦਾ ਹੋ ਗਿਆ, ਟੈਕਸ ਬੇਸ ਵੱਡਾ ਹੋ ਗਿਆ। ਸੋ ਹੋ ਸਕਦਾ ਕਿ ਅੱਜ ਅਸੀਂ 2.9 ਕਹਿ ਰਹੇ ਹੋ ਸਕਦਾ ਕਿ ਜਦੋਂ ਅਗਲੇ ਸਾਲ ਬਜਟ ਦੇਖਿਆ ਸਾਡਾ, ਕਿਉਂਕਿ ਟੈਕਸ ਬੇਸ ਵੱਧ ਰਿਹਾ, ਸਿਟੀ ਬਹੁਤ ਫਾਸਟ ਗਰੋ ਹੋ ਰਹੀ ਆ, ਇੰਸਟੈਂਟ ਉਹ ਅਸੀਂ ਪ੍ਰੋਪਰਟੀ ਟੈਕਸਿਸ ਚੋਂ ਕਲੈਕਟ ਕਰੀਏ, ਹੋ ਸਕਦਾ ਸਿਟੀ ਦੇ ਰੈਵਨਿਊਸ ਇੰਨੇ ਵੱਧ ਜਾਣ, ਸ਼ਾਇਦ 2.9 ਤੋਂ ਵੀ ਸ਼ਾਇਦ 2.49 ਤੇ ਰਹਿ ਜਾਈਏ। ਪੋਸੀਬਿਲਿਟੀ ਹੈ, ਮੈਂ ਦੇਖ ਰਿਹਾ ਪੋਸੀਬਿਲਿਟੀ ਆ, ਪਰ ਅਸੀਂ ਕਹਿਣਾ ਨਹੀਂ ਚਾਹੁੰਦੇ ਕਿਉਂਕਿ ਅਸੀਂ ਉਹ ਪ੍ਰੋਮਿਸ ਨਹੀਂ ਕਰ ਸਕਦੇ ਜਿੰਨਾ ਚਿਰ ਐਕੂਰੇਟ ਨੰਬਰ ਸਾਡੇ ਸਾਹਮਣੇ ਨਹੀਂ ਆਏ। ਪਰ ਅਸੀਂ ਰੈਵਨਿਊਸ ਵਧਾਉਣ ਦੀ ਗੱਲ ਕਰਾਂਗੇ, ਅਸੀਂ ਰੈਵਨਿਊਸ ਵਧਾਉਣ ਦੀ ਟਰਾਈ ਕਰਾਂਗੇ, ਬਿਜ਼ਨਸ ਲੈ ਕੇ ਆਵਾਂਗੇ ਇੱਥੇ ਸਿਟੀ ਦੇ ਵਿੱਚ। ਬਾਹਰੋਂ ਵੱਡੀਆਂ ਕੰਪਨੀਆਂ ਆ ਰਹੀਆਂ ਆਲਰੇਡੀ,
ਜਿਹੜੀਆਂ ਸਰੀ ਦੇ ਵਿੱਚ ਇਨਵੈਸਟ ਕਰ ਰਹੀਆਂ ਉਹਨਾਂ ਦੇ ਨਾਲ ਸਿਟੀ ਦੇ ਰੈਵਨਿਊਜ਼ ਵਧਣਗੇ, ਉਹਦੇ ਨਾਲ ਫਿਰ ਜਿਹੜੇ ਪ੍ਰੋਪਰਟੀ ਟੈਕਸ ਦੀ ਜਿਹੜੀ ਪਰਸੈਂਟੇਜ ਆ ਉਹ ਸਾਨੂੰ ਘੱਟ ਪੇ ਕਰਨੀ ਪਏਗੀ। ਜੀ ਕਿਉਂਕਿ ਕੀ ਹੋ ਰਿਹਾ ਅੱਜ ਬਾਕੀ ਦੀਆਂ ਮਿਊਨਿਸਪੈਲਿਟੀਜ਼ ਦੇ ਵਿੱਚ ਵੀ ਕਿ ਜਿਹੜੇ ਰੈਵਨਿਊਜ਼ ਆ ਉਹਨਾਂ ਤੇ ਫੋਕਸ ਨਹੀਂ ਹੋ ਰਿਹਾ। ਉਹ ਸਾਰੇ ਦਾ ਸਾਰਾ ਵੈਨਕੂਵਰ ਅੱਜ 7% ਪ੍ਰੋਪਰਟੀ ਟੈਕਸ ਕਲੈਕਟ ਕਰ ਰਿਹਾ ਕਿਉਂਕਿ ਰੈਵਨਿਊਜ਼ ਬੰਦ ਹੋ ਗਏ। ਡਿਊਰਿੰਗ ਕੋਵਿਡ ਵੀ ਉਹ ਬਹੁਤ ਹਿੱਟ ਹੋਏ ਤੇ ਪਾਰਕਿੰਗ ਇੱਕ ਬਹੁਤ ਵੱਡਾ ਰੈਵਨਿਊ ਸੋਰਸ ਹੈ ਉਹਨਾਂ ਦਾ, ਉਹ ਕੋਵਿਡ ਦੇ ਵਿੱਚ ਬਿਲਕੁਲ ਖਤਮ ਹੋ ਗਿਆ ਸੀ ਉਹਨਾਂ ਦਾ ਉਹ ਸੋਰਸ। ਸੋ ਰੈਵਨਿਊ ਉਹਨਾਂ ਨੇ ਕ੍ਰੀਏਟ ਨਹੀਂ ਕੀਤੇ, ਹੋਰ ਵਧਾਉਣ ਦੀ ਟਰਾਈ ਨਹੀਂ ਕੀਤੀ, ਆਪਣਾ ਟੈਕਸ ਬੇਸ ਵੱਡਾ ਕਰਨ ਦੀ ਟਰਾਈ ਨਹੀਂ ਕੀਤੀ। ਸੋ ਸਾਰੇ ਦਾ ਸਾਰਾ ਪੈਸਾ ਸਿਟੀ ਨੂੰ ਚਲਾਉਣ ਵਾਸਤੇ ਜੋ ਚਾਹੀਦਾ, ਜੋ ਬੇਸਿਕ ਸਰਵਿਸਿਜ਼ ਹੈਗੀਆਂ, ਪੁਲਿਸਿੰਗ ਦੀ ਹੋ ਗਈ, ਗਾਰਬੇਜ ਦੀ ਹੋ ਗਈ, ਰੋਡਸ ਦੀ ਹੋ ਗਈ, ਰੈਕ ਸੈਂਟਰ, ਉਹ ਜਿਹੜੀਆਂ ਬੇਸਿਕ ਸਰਵਿਸਿਜ਼ ਆ ਜਿਹੜਾ ਸਾਰੇ ਦਾ ਸਾਰਾ ਖਰਚਾ ਸੀ ਪ੍ਰੋਪਰਟੀ ਟੈਕਸਿਸ ਤੇ ਪਾ ਦਿੱਤਾ ਗਿਆ। ਜੀ ਬਿਲਕੁਲ ਜੀ। ਹੁਣ ਦੇਖਣਾ ਬਣੇਗਾ ਕਿ ਸਰੀ ਦੇ ਲੋਕ ਕੀ ਡਿਸੀਜਨ ਲੈਂਦੇ ਨੇ, ਕੀ ਕਹਿੰਦੇ ਨੇ। ਆਪਣੇ ਕੋਲ ਟਾਈਮ ਜਿਹੜਾ ਭੱਜਦਾ ਜਾ ਰਿਹਾ, ਪਰ ਇੱਕ ਹੋਰ ਜਿਹੜਾ ਹੈਗਾ ਕਿ ਤੁਸੀਂ ਲੌਬੀ ਕੀਤੀ ਆ ਬਹੁਤ ਟਾਈਮ ਕਿ ਜਦੋਂ ਅਸੀਂ ਸਾਡੇ ਭਾਈਚਾਰੇ ਦੀ ਗੱਲ ਆਉਂਦੀ ਹੈ, ਖਾਸ ਕਰਕੇ ਭਾਰਤੀ ਲੋਕਾਂ ਦੀ ਗੱਲ ਆਉਂਦੀ ਹੈ, ਤਾਂ ਜਦੋਂ ਵੀ ਕਿਸੇ ਦੀ ਡੈਥ ਹੁੰਦੀ ਹੈ ਤੇ ਉਸ ਤੋਂ ਬਾਅਦ ਅਸੀਂ ਅਸਥੀਆਂ ਜਲ ਪ੍ਰਵਾਹ ਕਰਦੇ ਹਾਂ ਤੇ ਬਹੁਤ ਸਾਰੇ ਲੋਕਾਂ ਨੂੰ ਸਮੱਸਿਆ ਦਾ ਸਾਹਮਣਾ ਕਰਨਾ ਪੈਂਦਾ ਸੀ, ਬਹੁਤ ਸਾਰੇ ਲੋਕਾਂ ਨੂੰ ਫਾਈਨ ਵੀ ਲੱਗੇ ਹੈਗੇ ਨੇ। ਹੁਣ ਇਹ ਫੈਸਲਾ ਜਿਹੜਾ ਲਿਆ ਜਾਊਗਾ ਕਿ ਇੱਕ ਥਾਂ ਬਣਾ ਦਿੱਤੀ ਜਾਊਗੀ ਕਿ ਜਿੱਥੇ ਉਹ ਲੋਕ ਆਪਣੇ ਅਸਥ ਜਲ ਪ੍ਰਵਾਹ ਕਰ ਸਕਣ, ਸੋ ਉਹ ਜੇ ਤੁਸੀਂ ਦੁਬਾਰਾ ਚੁਣੇ ਜਾਂਦਾ ਤਾਂ ਉਹ ਲਾਗੂ ਹੋਊਗਾ ਜੀ? ਬਿਲਕੁਲ 100% ਤੇ ਬਹੁਤ ਜ਼ਿਆਦਾ ਜ਼ਰੂਰੀ ਹੈ ਤੇ ਬਹੁਤ ਪਹਿਲਾਂ ਹੋ ਜਾਣਾ ਚਾਹੀਦਾ ਸੀਗਾ। ਬਹੁਤ ਲੋਕ ਸਫਰ ਕਰਦੇ ਨੇ, ਬਹੁਤ ਲੋਕ ਇਨਫੈਕਟ ਮੇਰੇ ਕੋਲ ਇੱਦਾਂ ਦੀਆਂ ਸਟੋਰੀਜ਼ ਹੈਗੀਆਂ ਜਿਹੜਾ ਉਹਨਾਂ ਨੇ ਕਿੰਨਾ ਰਿਸਕ ਲੈ ਕੇ, ਕਿਉਂਕਿ ਬਹੁਤ ਇੱਕ ਇਮੋਸ਼ਨਲ ਟਾਈਮ ਹੁੰਦਾ ਜਦੋਂ ਤੁਹਾਡਾ ਕੋਈ ਫੈਮਿਲੀ ਮੈਂਬਰ ਚਲੇ ਜਾਂਦਾ। ਸੋ ਉਹ ਇੱਦਾਂ ਦੇ ਰਿਸਕਸ ਲੈ ਕੇ, ਕਿਉਂਕਿ ਟ੍ਰੈਡੀਸ਼ਨ ਨੂੰ ਵੀ ਫੋਲੋ ਕਰਨਾ ਚਾਹੁੰਦੇ ਸੀ, ਆਪਣੇ ਰਿਲੀਜਨ ਨੂੰ ਵੀ ਫੋਲੋ ਕਰਨਾ ਚਾਹੁੰਦੇ ਸੀ, ਪਰ ਇੰਡੀਆ ਵਾਂਗ ਉੱਥੇ ਇੰਡੀਆ ਪ੍ਰੋਪਰ ਸਾਡੇ ਕੋਲ ਪਲੇਟਫਾਰਮਸ ਬਣੇ ਹੋਏ ਨੇ ਜਿਹੜੇ ਵੀ ਆਪਾਂ ਧਰਮ ਦੇ ਨੂੰ ਫੋਲੋ ਕਰਦੇ ਹਾਂ, ਉਹਨਾਂ ਨੇ ਉਹ ਜਗ੍ਹਾ ਬਣਾਈਆਂ ਹੋਈਆਂ ਨੇ ਪ੍ਰੋਪਰ ਸੇਫਟੀ ਰੱਖ ਕੇ ਕਿ ਤੁਸੀਂ ਉੱਥੇ ਜਾ ਕੇ ਆਪਣੀਆਂ ਜਿਹੜੀਆਂ ਲਾਸਟ ਰਿਚੁਅਲਸ ਹੈ ਕਰ ਸਕਦੇ ਹੋ। ਇੱਥੇ ਨਹੀਂ ਨਾ ਹੋਣ ਕਰਕੇ ਬਹੁਤ ਲੋਕ ਬਹੁਤ ਜ਼ਿਆਦਾ ਰਿਸਕ ਲੈ ਰਹੇ ਸੀਗੇ। ਕੋਈ ਲੋਕ ਬੋਟ ਰੈਂਟ ਕਰਕੇ ਓਸ਼ਨ ਦੇ ਵਿੱਚ ਜਾ ਕੇ ਮਿਡਲ ਦੇ ਵਿੱਚ ਇਹ ਕਰ ਰਹੇ ਸੀਗੇ। ਸੋ ਜ਼ਰੂਰੀ ਸੀਗਾ ਇੱਕ ਪਲੇਟਫਾਰਮ ਇੱਦਾਂ ਦਾ ਬਣਨਾ। ਇਹ ਲੌਂਗ ਟਾਈਮ ਪਹਿਲਾਂ ਬਣ ਜਾਣਾ ਚਾਹੀਦਾ ਸੀ, ਬਟ ਐਟਲੀਸਟ ਬਹੁਤ ਕਮਿਊਨਿਟੀ ਦੇ ਲੋਕਾਂ ਨੇ ਬਹੁਤ ਇਨੀਸ਼ੀਏਟਿਵਸ ਲਏ ਕਿ ਇਹ ਬਣੇ ਕਿੱਦਾਂ, ਬਣੇ ਕਿੱਥੇ। ਸੋ ਬਹੁਤ ਕਮਿਊਨਿਟੀ ਦੀ ਕੰਸਲਟੇਸ਼ਨ, ਅਲੱਗ-ਅਲੱਗ ਜਿਹੜੀਆਂ ਆਪਣੀ ਧਾਰਮਿਕ ਸੰਸਥਾਵਾਂ ਉਹਨਾਂ ਦੇ ਨਾਲ ਕੰਸਲਟੇਸ਼ਨ ਕਰਕੇ ਇਹ ਫਾਈਨਲੀ ਜਿਹੜੀ ਲੋਕੇਸ਼ਨ ਆ ਅਪਰੂਵ ਹੋਈ ਆ। ਉਸ ਤੋਂ ਬਾਅਦ ਫਿਰ ਡਿਪਾਰਟਮੈਂਟਸ ਬਹੁਤ ਇਨਵੋਲਵ ਸੀ ਉਹਦੇ ਵਿੱਚ, ਫਿਸ਼ਰੀਜ਼, ਓਸ਼ਨਸ, ਆਲ ਆਫ ਦੈਟ। ਤੇ ਇਹ ਉਹ ਡਿਪਾਰਟਮੈਂਟ ਨੇ ਜਿਹੜੇ ਬਹੁਤ ਲੰਮਾ ਟਾਈਮ ਲੈਂਦੇ ਨੇ ਰਿਸਪੌਂਡ ਕਰਨ ਨੂੰ ਬੈਕ, ਤੇ ਉੱਥੋਂ ਫਿਰ ਅਪਰੂਵਲਸ ਆਈਆਂ ਤੇ ਹੁਣ ਜਸਟ ਇੱਕ ਪਲੇਟਫਾਰਮ ਬਣਾਉਣ ਦੀ ਜਿਹੜੀ ਆ ਉਹ ਇੱਕ ਸਿਟੀ ਆਫ ਸਰੀ ਨੇ ਬਣਾ ਲੈਣਾ। ਬਾਕੀ ਜਿਹੜੀਆਂ ਹੋਰ ਰਿਕੁਆਇਰਡ ਅਪਰੂਵਲ ਸੀਗੀਆਂ ਆਲਰੇਡੀ ਇਨ ਪਲੇਸ ਹੈ। ਅਸੀਂ ਮੇਨ ਇਸ਼ੂਜ਼ ਦੇ ਉੱਤੇ ਗੱਲ ਕੀਤੀ, ਹਜੇ ਬਹੁਤ ਸਾਰੇ ਇਸ਼ੂਜ਼ ਸੀ ਜਿਨ੍ਹਾਂ ਦੇ ਉੱਤੇ ਗੱਲ ਕਰਨ ਵਾਲੀ ਸੀ, ਪਰ ਤੁਸੀਂ ਐਡਰੈਸ ਜੇ ਕਰਨਾ ਹੋਵੇ ਵਿਊਅਰਸ ਨੂੰ ਜਿਹੜੇ ਸਰੀ ਦੇ ਵਾਸੀ ਨੇ, ਸਰੀ ਦੇ ਵਿੱਚ ਰਹਿੰਦੇ ਨੇ, ਕਿ ਵੋਟਾਂ ਦਾ ਦਿਨ ਨੇੜੇ ਆ ਗਿਆ, ਕੀ ਕਹਿਣਾ ਚਾਹੋਗੇ ਜੀ? ਮੈਸੇਜ ਕੀ ਹੋਊਗਾ? ਬਹੁਤ ਅਸੀਂ ਸਾਡੇ ਜਿਹੜੇ ਸਾਡੇ ਤੋਂ ਪਹਿਲਾਂ ਇੱਥੇ ਆਏ ਨੇ ਸਾਡੇ ਬਜ਼ੁਰਗ, ਜਿਹੜੇ ਸਾਡੇ ਪਾਇਨੀਅਰਸ, ਉਹਨਾਂ ਨੇ ਬਹੁਤ ਸਟਰਗਲ ਕਰਕੇ ਇਹ ਰਾਈਟਸ ਲਏ ਨੇ ਅਸੀਂ ਇਸ ਕੰਟਰੀ ਦੇ ਸਿਟੀਜ਼ਨ ਬਣ ਜਾਈਏ, ਰਾਈਟ। ਉਸ ਤੋਂ ਬਾਅਦ ਅਸੀਂ ਵੋਟ ਪਾ ਸਕੀਏ। ਸੋ ਬਹੁਤ ਜ਼ਿਆਦਾ ਜ਼ਰੂਰੀ ਆ, ਇੱਕ ਇੱਕ ਵੋਟ ਕਾਊਂਟ ਕਰਦੀ ਆ ਜੀ। ਜੇ ਆਪਾਂ ਕਹੀਏ ਆਪਣੀ ਕਮਿਊਨਿਟੀ ਦੇ ਵਿੱਚ ਇੱਕ ਬਹੁਤ ਟ੍ਰੈਂਡ ਹੈ ਕਿ ਚਲੋ ਮੇਰੀ ਇੱਕ ਵੋਟ ਨਾਲ ਕੋਈ ਨਹੀਂ, ਪਰ ਮੈਂ 10 ਪਵਾ ਦਿੱਤੀਆਂ, ਨਹੀਂ, ਉਹ ਵੋਟ ਤੁਹਾਡੀ ਆ 10 ਪਵਾਈਆਂ ਵੀ ਫੇਰ ਕਾਊਂਟ ਕਰਨੀਆਂ ਜੇ ਤੁਸੀਂ ਆਪ ਵੀ ਇੱਕ ਆਪਣੀ ਵੀ ਪਾ ਕੇ ਆਓਗੇ। ਸੋ ਤੁਸੀਂ ਜਿਹੜੇ ਵੀ, ਤੁਸੀਂ ਸਾਰਿਆਂ ਦੇ ਵਿਊ ਆਲਮੋਸਟ ਹੁਣ ਸਾਰਿਆਂ ਨੇ ਸੁਣ ਲਏ ਨੇ, ਪਲੇਟਫਾਰਮ ਸਾਰਿਆਂ ਦਾ ਸੁਣ ਲਿਆ ਆ, ਤੇ ਉਹ ਹੁਣ ਤੁਸੀਂ ਡਿਸਾਈਡ ਕਰਨਾ ਕਿ ਕਿਹਨੇ ਕੀ ਕੀਤਾ, ਕਿਹਨੇ ਕੀ ਫਿਊਚਰ ਪਲਾਨਸ ਨੇ। ਜਿੱਧਰ ਵੀ ਤੁਹਾਡੀ ਅਲਾਈਨਮੈਂਟ ਆ, ਵੋਟ ਪਾ ਕੇ ਜ਼ਰੂਰ ਆਇਓ, ਬਹੁਤ ਜ਼ਿਆਦਾ ਇੰਪੋਰਟੈਂਟ ਆ। ਜੇ ਆਪਾਂ ਵੋਟ ਪਾਉਂਦੇ ਨਹੀਂ ਆ, ਉਸ ਤੋਂ 4 ਸਾਲ ਬਾਅਦ ਕਿੰਨੇ ਕੀ 4.5 ਸਾਲ, ਦੇਖੋ 4 ਸਾਲ ਆਪਾਂ ਕਹਿ ਦਾਂਗੇ ਕਿ ਚਲੋ ਇਹਨਾਂ ਨੇ ਕੁਛ ਨਹੀਂ ਕੰਮ ਕੀਤਾ, ਆਪਾਂ ਇਹਨਾਂ ਨੂੰ ਬਾਹਰ ਕਰ ਦਿੰਦੇ, ਪਰ ਤੁਹਾਡੀ 4 ਸਾਲ ਤੇ ਤੁਹਾਡੇ ਲਾਈਫ ਦੇ, ਤੁਹਾਡੀ ਸਿਟੀ ਦੇ ਐਕਸਪੈਂਸ਼ਨ ਦੇ, ਜਿਹੜੇ ਬੱਚਿਆਂ ਵਾਸਤੇ ਇਨਫਰਾਸਟ੍ਰਕਚਰ ਬਣਾਉਣਾ ਸੀਗਾ, ਉਹ ਤੇ ਵੇਸਟ ਹੋ ਗਿਆ ਨਾ। ਸੋ ਬਹੁਤ ਜ਼ਿਆਦਾ ਜ਼ਰੂਰੀ ਆ ਕਿ ਵੋਟ ਜ਼ਰੂਰ ਪਾ ਕੇ ਆਓ। ਜਿਹੜਾ ਵੀ ਤੁਹਾਨੂੰ ਲੱਗਦਾ ਕਿ ਚੰਗਾ ਕੈਂਡੀਡੇਟ ਆ, ਉਹਨੂੰ ਸਪੋਰਟ ਜ਼ਰੂਰ ਕਰੋ। ਬਿਲਕੁਲ ਜੀ। ਅੱਜ ਮੈਂ ਪਹਿਲੀ ਵਾਰ ਦੇਖਿਆ ਜਿਨ੍ਹਾਂ ਨੇ ਕਿਹਾ ਕਿ ਉਸ ਨੂੰ ਵੋਟ ਪਾਓ ਜਿਹੜਾ ਤੁਹਾਨੂੰ ਲੱਗਦਾ ਹੀ ਨਹੀਂ ਕਿਹਾ ਕਿ ਮੈਨੂੰ ਵੋਟ ਪਾਓ। ਸੋ ਥੈਂਕ ਯੂ ਸੋ ਮਚ, ਗੁੱਡ ਲੱਕ ਫॉर द ਇਲੈਕਸ਼ਨਸ। ਥੈਂਕ ਯੂ ਸੋ ਮਚ। ਸੋ ਮਨਦੀਪ ਨਾਗਰਾ ਅੱਜ ਪਹੁੰਚੇ ਹੋਏ ਸੀ, ਤੁਸੀਂ ਉਹਨਾਂ ਨੂੰ ਬਾਖੂਬੀ ਜਾਣਦੇ ਆ, ਕਾਉਂਸਲਰ ਪਿਛਲੇ 4 ਸਾਲਾਂ ਦੇ ਵਿੱਚ ਰਹੇ ਆ ਤੇ ਹੁਣ ਫਿਰ ਰੀ ਇਲੈਕਸ਼ਨ ਦੇ ਲਈ ਤੁਹਾਡੇ ਸਾਹਮਣੇ ਨੇ ਕਿ ਉਹਨਾਂ ਨੂੰ ਜਿਤਾਇਆ ਜਾਵੇ। ਤੁਸੀਂ ਆਪਣਾ ਹੋਮਵਰਕ ਜ਼ਰੂਰ ਕਰਨਾ ਹੈ, ਕਿਉਂਕਿ ਜਿਨ੍ਹਾਂ ਦਾ ਅਸੀਂ ਪਲੇਟਫਾਰਮ ਦੇਖਦੇ ਹਾਂ ਉਹ ਪਲੇਟਫਾਰਮ ਉਹ ਹੋਣਾ ਚਾਹੀਦਾ ਕਿ ਜਿਹੜਾ ਆਉਣ ਵਾਲੇ 10
15-20 ਸਾਲਾਂ ਦੇ ਵਿੱਚ ਸਾਡੀ ਜ਼ਿੰਦਗੀ ਸਾਡੇ ਫਿਊਚਰ ਨੂੰ ਸਵਾਰ ਦੇਵੇ। ਇਹ ਨਹੀਂ ਕਿ ਅੱਜ ਸਾਡੇ ਲਈ ਕੀ ਚੰਗਾ ਹੈ, ਕੀ ਉਹ ਪਲੇਟਫਾਰਮ ਅਜਿਹਾ ਕਿ ਆਉਣ ਵਾਲਾ ਸਮਾਂ ਸਾਡੇ ਲਈ ਸੁਖਾਲਾ ਹੋਊਗਾ। ਇਹ ਨਹੀਂ ਕਿ 4 ਸਾਲਾਂ ਦੇ ਵਿੱਚ ਕੁਝ ਵੀ ਨਹੀਂ ਹੁੰਦਾ, 4 ਸਾਲਾਂ ਦੇ ਵਿੱਚ ਤਾਂ ਅਸੀਂ ਪਲੈਨਿੰਗ ਤੋਂ ਬਾਅਦ ਪ੍ਰੈਪਰੇਸ਼ਨ ਹੀ ਕਰਦੇ ਹਾਂ ਤੇ ਉਸ ਤੋਂ ਬਾਅਦ ਅਸੀਂ ਦੇਖਦੇ ਹਾਂ ਕਿ ਉਹਦੇ ਨਾਲ ਕੀ ਹੋਣ ਵਾਲਾ ਹੈ, ਕੀ ਆਉਣ ਵਾਲੇ ਸਮੇਂ ਦੇ ਵਿੱਚ ਬਦਲਾਅ ਆਉਣ ਵਾਲਾ ਹੈ। ਜੇ ਤੁਹਾਨੂੰ ਲੱਗਦਾ ਇਹਨਾਂ ਨੇ ਕੋਈ ਬਦਲਾਅ ਲਿਆਂਦਾ ਤਾਂ ਇਹਨਾਂ ਨੂੰ ਵੋਟ ਪਾਓ, ਜੇ ਤੁਹਾਨੂੰ ਲੱਗਦਾ ਕਿ ਕਿਸੇ ਹੋਰ ਕੈਂਡੀਡੇਟ ਨੇ ਵਧੀਆ ਬਦਲਾਅ ਲਿਆਂਦਾ ਜਾਂ ਲਿਆ ਸਕੇਗਾ ਤਾਂ ਉਹਨਾਂ ਨੂੰ ਵੋਟ ਪਾਓ। ਵੋਟ ਪਾਉਣ ਜ਼ਰੂਰ ਨਿਕਲਿਓ। ਇਨਫੋਰਮੇਸ਼ਨ ਤੇ ਅਪਡੇਟ ਅਸੀਂ ਤੁਹਾਡੇ ਤੱਕ ਇਸੇ ਤਰ੍ਹਾਂ ਪਹੁੰਚਾਉਂਦੇ ਰਵਾਂਗੇ। ਦੇਖਦੇ ਰਹੋ ਸਾਂਝਾ ਟੀਵੀ।